वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜੋ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ। ਲੇਖਕ ਸਤਬੀਰ ਸਿੰਘ। ਆਪਣੇ ਵੱਲੋਂ ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਦੀ ਇੱਕ ਵਾਰਤਾ ਡਾਕਟਰ ਮਜੀਬ ਨੇ ਲਿਖੀ ਹੈ, ਜੋ ਉਹਨਾਂ ਨੇ ਆਪੂ ਮਜੀਬ ਸਾਹਿਬ ਨੂੰ ਸੁਣਾਈ ਸੀ। ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਇੱਕ ਤਕਰੀਰ ਜੋ ਡਾਕਟਰ ਜ਼ਾਕਿਰ ਹੁਸੈਨ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਨੀ ਸੀ। ਲਿਖ ਰਹੇ ਸਨ ਕਿ ਉਹਨਾਂ ਡਿੱਠਾ ਕਿ ਲਿਖੇ ਕਾਗਜ਼ਾਂ ਉੱਤੇ ਪਾਣੀ ਦੇ ਕੁਝ ਤੁਪਕੇ ਡਿੱਗੇ ਹੋਏ ਸਨ। ਰਾਸ਼ਟਰਪਤੀ ਭਵਨ ਵਿੱਚ ਉਹਨਾਂ ਸੱਜੇ ਖੱਬੇ ਉੱਤੇ ਹੇਠਾਂ ਦੇਖਿਆ ਕਿ ਪਾਣੀ ਕਿੱਥੋਂ ਆ ਗਿਰਿਆ ਹੈ, ਪਰ ਕਿੱਧਰੋਂ ਪਾਣੀ ਚੋਂਦਾ ਜਾਂ ਡਿੱਗਾ ਨਜ਼ਰੀ ਨਾ ਆਇਆ। ਜਦ ਉਹਨਾਂ ਐਨਕ ਉਤਾਰ ਕੇ ਦੇਖਿਆ ਤਾਂ ਅੱਖਾਂ ਵਿੱਚੋਂ ਹੰਝੂ ਵਹਿ ਕਾਗਜ਼ ਉੱਤੇ ਡਿੱਗੇ ਸਨ। ਇਤਨਾ ਹੁਲਾਸ ਅਤੇ ਕਰੁਣਾਮਈ ਜੀਵਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਹਰ ਇੱਕ ਦਾ ਹਿਰਦਾ ਹਿਲਾ ਦਿੰਦਾ ਹੈ। ਸੱਚੀ ਗੱਲ ਇਹ ਹੈ ਕਿ ਆਪੂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਨਾ ਕੀਤਾ ਹੁੰਦਾ ਕਿ ਉਹਨਾਂ ਨੂੰ ਕੋਈ ਪਰਮੇਸ਼ਵਰ ਨਾ ਆਖੇ ਤਾਂ ਇਹ ਮੰਨਣਾ ਮੁਸ਼ਕਿਲ ਹੋ ਜਾਣਾ ਸੀ ਕਿ ਇਨਸਾਨੀ ਜਾਮੇ ਵਿੱਚ ਕੋਈ ਅਜਿਹੀ ਸ਼ਖਸੀਅਤ ਵੀ ਹੋ ਸਕਦੀ ਹੈ। ਮੁਕਾਬਲਤਨ ਇਤਨੀ ਥੋੜੀ ਉਮਰ ਵਿੱਚ ਇਤਨੇ ਵੱਡੇ ਕਾਰਨਾਮੇ ਕਰੇ ਜਾਣੇ ਕਿਸੇ ਕਰਾਮਾਤ ਤੋਂ ਘੱਟ ਨਹੀਂ। 33 ਸਾਲ ਦੀ ਉਮਰ ਵਿੱਚ ਅਕਾਲ ਪੁਰਖ ਵੱਲੋਂ ਸੌਂਪਿਆ ਕਾਰਜ ਖਾਲਸਾ ਸਾਜ ਕੇ ਦਸ਼ਮੇਸ਼ ਪਿਤਾ ਮੌਤ ਨੂੰ ਵੰਗਾਰਨ ਲੱਗ ਪਏ ਸਨ। ਹਜੂਰੀ ਕਵੀ ਅੰਮ੍ਰਿਤ ਰਾਏ ਨੇ ਠੀਕ ਲਿਖਿਆ ਹੈ, ਕਿਸੇ ਦੀ ਕਵਿਤਾ ਵਿੱਚੋਂ 9 ਰਸ ਮੁਸ਼ਕਿਲਾਂ ਨਾਲ ਲੱਭਦੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਐਸੇ ਹਨ ਜਿਨ੍ਹਾਂ ਦੀ ਸ਼ਖਸੀਅਤ ਵਿੱਚੋਂ 9 ਰਸ ਝਿਮ ਵਰ ਰਹੇ ਹਨ। ਇੱਕ ਸ਼ਾਂਤ ਰਸ ਹੀ ਦੇਖੋ ਜੋ ਉਹਨਾਂ ਦੀ ਸ਼ਖਸੀਅਤ ਦਾ ਅਨਿੱਖੜ ਵਾਂਗ ਹੈ। 9 ਸਾਲ ਦੇ ਸਨ ਕਿ ਪਿਤਾ ਗੁਰੂ ਤੇਗ ਬਹਾਦਰ ਦਾ ਕੱਟਿਆ ਸੀਸ ਭਾਈ ਜੈਤਾ ਜੀ ਨੇ ਜਦ ਦਿੱਲੀ ਤੋਂ ਜਾਣ ਉੱਤੇ ਖੇਡ ਅਤੇ ਜਫਰ ਜਾਲ ਆਨੰਦਪੁਰ ਲਿਆ ਰੱਖਿਆ ਤਾਂ ਆਪ ਅਡੋਲ ਰਹੇ। ਫਿਰ ਪਿਤਾ ਦੇ ਰੂਪ ਵਿੱਚ ਆਪਣੇ ਸਾਹਮਣੇ ਚਮਕੌਰ ਦੀ ਗੜੀ ਪੁੱਤਰ ਸ਼ਹੀਦ ਹੁੰਦੇ ਦੇਖ ਸ਼ਾਂਤ ਰਹੇ ਅਤੇ ਅਕਾਲ ਪੁਰਖ ਦਾ ਸ਼ੁਕਰ ਮਨਾਇਆ ਅਤੇ ਅੰਤ ਸਮੇਂ ਜਦ ਆਪਣੇ ਤੇ ਹੀ ਪਠਾਨ ਨੇ ਵਾਰ ਕੀਤਾ ਤਾਂ ਅਹਿਲ ਸਗੋਂ ਗੁਰੂ ਗੋਬਿੰਦ ਦੇ ਵਾਰ ਨਾਲ ਡਿੱਗਦੇ ਜਦ ਜਮਸ਼ੇਦ ਖਾਨ ਨੇ ਹਾਏ ਅੰਮਾ ਕਿਹਾ ਤਾਂ ਆਪ ਜੀ ਨੇ ਉਸੇ ਸ਼ਾਂਤ ਰਸ ਵਿੱਚ ਫਰਮਾਇਆ, ਕਿਆ ਯਹ ਅੰਮਾ ਕਹਿਣੇ ਕਾ ਵਕਤ ਹੈ, ਅੱਲਾ ਕਹੋ ਅੱਲਾ। ਸੋ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਇਸ ਪੱਖੋਂ ਦੇਖਣ ਦਾ। ਪੁਸਤਕ ਦਾ ਨਾਂ ਪੁਰਖ ਭਗਵੰਤ ਰੱਖਿਆ ਕਿਉਂਕਿ ਮੇਰੀ ਜਾਚੇ ਐਸੇ ਕਾਰਨਾਮੇ ਕੋਈ ਰੱਬੀ ਸ਼ਖਸੀਅਤ ਹੀ ਕਰ ਸਕਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਪਾਤਸ਼ਾਹੀ 10ਵੀਂ ਵਿੱਚ ਵਾਹ ਉਪਜਿਓ ਪੁਰਖ ਭਗਵੰਤ ਹੀ ਲਿਖਿਆ ਹੈ। ਗੁਰੂ ਮਿਹਰ ਸਦਕਾ ਹੀ ਮੈਂ 10 ਗੁਰੂ ਸਾਹਿਬਾਨ ਦੀਆਂ ਪਾਵਨ ਜੀਵਨੀਆਂ ਲਿਖ ਲਈਆਂ ਹਨ ਅਤੇ ਛੇਤੀ ਹੀ ਛਪ ਕੇ ਪਾਠਕਾਂ ਦੇ ਹੱਥ ਵਿੱਚ ਆ ਜਾਣਗੀਆਂ। ਇਸ ਤੋਂ ਪਹਿਲਾਂ ਗੁਰਭਾਰੀ ਜੀਵਨੀ ਗੁਰੂ ਹਰਗੋਬਿੰਦ ਜੀ ਬਲਿਓ ਚਿਰਾਗ ਨਾਂ ਦੀਆਂ ਪੁਸਤਕਾਂ ਪਾਠਕਾਂ ਨੇ ਬਹੁਤ ਸਲਾਹੀਆਂ ਹਨ ਅਤੇ ਮੈਨੂੰ ਆਸ ਹੈ ਕਿ ਇਹ ਜੀਵਨੀਆਂ ਗੁਰੂ ਪਾਤਸ਼ਾਹ ਦੇ ਸਰੂਪ ਜਾਣਨ ਵਿੱਚ ਚੋਖੀਆਂ ਸਹਾਇਤਾ ਕਰਨਗੀਆਂ। ਪੁਰਖ ਭਗਵੰਤ ਮੈਂ ਕੱਲ ਕੀ ਧਰ ਦੇ ਨੀਲੇ ਦੇ ਸੂਮਾਂ ਨੂੰ ਭੇਂਟ ਕਰ ਰਿਹਾ ਹਾਂ, ਜਿਨ੍ਹਾਂ ਦੀ ਥਾਪ ਨਾਲ ਵੈਰੀ ਤਰਹਿਕਦੇ ਸਨ ਅਤੇ ਨਿਮਾਣਿਆਂ ਨੂੰ ਸਾਹਸ ਮਿਲਦਾ ਸੀ। ਗੁਰੂ ਗੋਬਿੰਦ ਸਿੰਘ ਜੀ ਮਾਰਗ ਦੀ ਮਹਾਨ ਯਾਤਰਾ ਸਮੇਂ ਚਮਤਕਾਰ ਅਸਾਂ ਸਾਰਿਆਂ ਅੱਖੀ ਡਿੱਠਾ। ਜਿੱਥੇ ਵੀ ਹਜੂਰ ਸਾਹਿਬ ਤੋਂ ਆਏ ਹਜੂਰ ਦੇ ਨੀਲੇ ਲੰਘ ਗਏ ਲੋਕੀ ਸਦਕੇ ਹੀ ਹੁੰਦੇ ਗਏ। ਉਸ ਸਮੇਂ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਸੀ ਕਿ ਜਦ ਆਪੂ ਨੀਲੇ ਦਾ ਸਵਾਰ ਦਰਸ਼ਨ ਦਿੰਦਾ ਹੋਵੇਗਾ ਲੁਕਾਈ ਦੀ ਕੀ ਦਸ਼ਾ ਹੁੰਦੀ ਹੋਵੇਗੀ। ਸਤਿਗੁਰ ਜਾਗਤਾ ਹੈ ਦੇਵ। ਮੈਨੂੰ ਇਹ ਲਿਖਣ ਵਿੱਚ ਰਤਾ ਵੀ ਸੰਕੋਚ ਨਹੀਂ ਕਿ ਇਹ ਜੀਵਨੀ ਲਿਖ ਹੀ ਨਾ ਸਕਦਾ ਜੇ ਪਹਿਲਗਾਮ ਮੈਨੂੰ ਸੁਖਾਵਾਂ ਵਾਤਾਵਰਨ ਸਰਦਾਰ ਜਗਤ ਸਿੰਘ ਜੀ, ਅੰਮੀ ਜੀ ਅਤੇ ਵੀਰ ਨਰਿੰਦਰ ਸਿੰਘ ਨਾ ਬਣਾ ਦਿੰਦੇ। ਇੱਥੇ ਆ ਕੇ ਜੋ ਸ਼ਾਂਤ ਅਤੇ ਇਕਾਂਤ ਮਿਲਦੀ ਹੈ ਉਸ ਦਾ ਰਸ ਸਾਲਾਂ ਬੱਧੀ ਬਣਿਆ ਰਹਿੰਦਾ ਹੈ। ਮੇਰੀ ਇਹੋ ਅਰਦਾਸ ਹੈ ਕਿ ਵਾਹਿਗੁਰੂ ਇਹ ਹਿੱਤ ਅਤੇ ਸਨੇਹ ਬਣਾਈ ਰੱਖੇ। ਘਰ ਗ੍ਰਹਿਣ ਜਸਪਾਲ ਜੀ ਦਾ ਵੀ ਮੈਂ ਰੀਣੀ ਹਾਂ ਜਿਨ੍ਹਾਂ ਆਪਣੇ ਸੁੱਖ ਤਿਆਗ ਕੇ ਮੇਰੇ ਸੁੱਖ ਦਾ ਖਿਆਲ ਰੱਖਿਆ। ਇਸ ਪੁਸਤਕ ਦੀ ਛਪਾਈ ਸਰਦਾਰ ਮਹਿਤਾਬ ਸਿੰਘ ਜੀ ਨੇ ਬੜੇ ਚਾਅ ਨਾਲ ਕਰਕੇ ਮੈਨੂੰ ਧੰਨਵਾਦੀ ਬਣਾਇਆ ਹੈ। ਸਰਦਾਰ ਦਲੀਪ ਸਿੰਘ ਆਰਟਿਸਟ ਨੇ ਮੁੱਖ ਟਾਈਟਲ ਬਣਾ ਕੇ ਪੁਸਤਕ ਦੀ ਦੱਖ ਨੂੰ ਉਦਘਾੜਿਆ ਹੈ। ਮੈਂ ਉਹਨਾਂ ਦਾ ਰੀਣੀ ਹਾਂ। ਦਾਸ ਸਤਬੀਰ ਸਿੰਘ। ਕੱਲ ਕੀ ਧਰਦੇ ਨੀਲੇ ਦੇ ਸੂਮਾਂ ਨੂੰ। ਭਾਗ ਪਹਿਲਾ। ਵਹਿ ਪ੍ਰਗਟਿਓ ਪੁਰਖ ਭਗਵੰਤ। ਜੀਵਨ ਇੱਕ ਬਚਿੱਤਰ ਨਾਟਕ। ਗੁਰੂ ਗੋਬਿੰਦ ਸਿੰਘ ਜੀ ਪਹਿਲੇ ਪੁਰਸ਼ ਹਨ ਜਿਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ। ਉਹ ਪਹਿਲੇ ਗੁਰੂ ਹਨ ਜਿਨ੍ਹਾਂ ਆਪਣੀ ਜਨਮ ਸਾਖੀ ਦੇ ਕੁਝ ਹਿੱਸੇ ਆਪਣੇ ਹੱਥੀਂ ਲਿਖੇ।
ਫਿਰ ਉਹ ਪਹਿਲੇ ਪੈਗੰਬਰ ਹਨ ਜਿਨ੍ਹਾਂ ਜਨਮ ਤੋਂ ਪਹਿਲਾਂ ਦੇ ਹਾਲਾਤ ਤੋਂ ਆਪਣੀ ਜੀਵਨ ਗਾਥਾ ਆਰੰਭ ਕੀਤੀ। ਗੁਰੂ ਪਾਤਸ਼ਾਹ ਨੇ ਇਸ ਕਹਾਣੀ ਦਾ ਨਾਂ ਬਚਿੱਤਰ ਨਾਟਕ ਰੱਖਿਆ। ਸੱਚਮੁੱਚ ਉਹਨਾਂ ਦਾ ਜੀਵਨ ਬਚਿੱਤਰ ਹੈ। ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀ ਹਰ ਘਟਨਾ, ਸਾਖੀ ਅਤੇ ਵਾਰਤਾ ਅਚਰਜ ਹੈ ਅਤੇ ਪੜ੍ਹਨ ਸੁਣਨ ਵਾਲੇ ਨੂੰ ਵੀ ਵਿਸਮਾਦ ਵਿੱਚ ਲੈ ਜਾਂਦੀ ਹੈ। ਠੀਕ ਅਤੇ ਸੱਚੀ ਗੱਲ ਇਹ ਹੈ ਕਿ ਹੋਰ ਪੈਗੰਬਰ ਜਿਸ ਉਮਰੇ ਆਪਣਾ ਸੰਗਰਾਮ ਆਰੰਭ ਕਰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਉਸ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਪ੍ਰਭੂ ਦਰ ਇਹ ਬੇਨਤੀਆਂ ਵੀ ਕਰਨ ਲੱਗ ਪਏ ਸਨ ਕਿ ਸ਼ਸਤਰਨ ਹੂੰ ਅਤ ਹੀ ਰਣ ਭੀਤਰ ਜੂਝ ਮਰੋ ਤਉ ਸਾਜ ਭਤੀਜੇ। ਦਸ਼ਮੇਸ਼ ਪਿਤਾ ਜੀਵਨ ਭਰ ਸੰਸਾਰ ਦੇ ਵੱਡੇ ਪਿੜ ਵਿੱਚ ਹੰਡੇ ਹੋਏ ਖਿਲਾੜੀਆਂ ਵਾਂਗ ਖੇਡਦੇ ਰਹੇ। ਗੁਰੂ ਨਾਨਕ ਜੀ ਨੇ ਜਗਤ ਨੂੰ 3 ਐਕਟ ਦਾ ਡਰਾਮਾ ਕਿਹਾ ਹੈ, ਜਿਸ ਵਿੱਚ ਹਰਖ, ਸੋਗ ਅਤੇ ਵਿਰਾਗ ਦੇ 3 ਅੰਗ ਹਨ। ਇਸ ਖੇਡ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਅਤੇ ਜਾਣਦਾ ਉਹ ਹੈ ਜਿਸ ਨੂੰ ਪ੍ਰਭੂ ਆਪੂ ਸਮਝਾਵੇ। ਹਰਖ, ਸੋਗ, ਵਿਰਾਗ ਆਨੰਦੀ ਖੇਲ ਰੀ ਦਿਖਾਓ। ਗੁਰੂ ਗੋਬਿੰਦ ਸਿੰਘ ਜੀ ਦੇ ਉਚਾਰੇ ਸ਼ਬਦ ਇਸ ਵਾਕ ਦੀ ਵਿਆਖਿਆ ਹੀ ਕਰਦੇ ਹਨ। ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤ੍ਰਿਸ਼ੰਦੇ ਦਾ ਖੇਲ ਆਖਿਆ ਹੈ। 3 ਛੰਦੇ ਖੇਲ ਆਛੇ। ਇਸ ਜਗਤ ਤਮਾਸ਼ੇ ਵਿੱਚ ਪ੍ਰਭੂ ਨੇ ਆਪੂ ਬਰਕਤਾਂ ਦੇ ਕੇ ਦੁਸ਼ਟ ਦਮਨ ਨੂੰ ਭੇਜਿਆ। ਜਿਵੇਂ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦਿ ਅਤੇ ਪੁਰਾਤਨ ਜਨਮ ਸਾਖੀਆਂ ਵਿੱਚ ਸਾਂਭੇ ਹੋਏ ਮਿਲ ਜਾਂਦੇ ਹਨ, ਤਿਵੇਂ ਬਚਿੱਤਰ ਨਾਟਕ ਵਿੱਚ ਅਕਾਲ ਪੁਰਖ ਬਾਂਝ ਸੁਰੱਖਿਅਤ ਕਰ ਰੱਖਿਆ ਹੋਇਆ ਹੈ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਪਰਮੇਸ਼ਵਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅੰਮ੍ਰਿਤ ਦਾ ਕਟੋਰਾ ਭਰ ਭਰ ਆਗਿਆ ਨਾਲ ਮਿਲਿਆ ਅਤੇ ਪਿਲਾਓ। ਹੁਕਮ ਹੁਆ ਨਾਨਕ ਇਹ ਅੰਮ੍ਰਿਤ ਨਾਮ ਕਾ ਪਿਆਲਾ ਹੈ, ਪੀਓ ਤੇ ਪਿਲਾਓ। ਤਬ ਗੁਰੂ ਨਾਨਕ ਤਸਲੀਮ ਕੀਤਾ, ਪਿਆਲਾ ਪੀਤਾ, ਸਾਹਿਬ ਮਿਹਰਬਾਨ ਹੁਆ, ਬਚਨ ਕੀਤਾ, ਨਾਨਕ ਮੈਂ ਤੇਰੇ ਕੋਲ ਹਾਂ, ਮੈਂ ਤੇਰੀ ਤਾਂ ਹੀ ਨਿਹਾਲ ਕੀਆ ਹੈ। ਤੂੰ ਜਾਏ ਕਰ ਨਾਮ ਜਪ ਅਤੇ ਲੋਕਾਂ ਥੀ ਪੀਚ ਪਾਏ। ਸਾਰੇ ਸੰਸਾਰ ਥੀ ਨਿਰਲੇਪ ਰਹੋ, ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ। ਫਿਰ ਜਦ ਪ੍ਰਭੂ ਹਜ਼ੂਰੀ ਤੋਂ ਵਾਪਸ ਹੋਣ ਲੱਗੇ ਤਾਂ ਫਿਰ ਬਚਨ ਕੀਤਾ, ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਆਦਿ ਸਾਖੀਆਂ ਜਿਸ ਨੂੰ ਸ਼ੰਭੂਨਾਥ ਵਾਲੀ ਜਮਨ ਪੱਤਰੀ ਬਾਬੇ ਨਾਨਕ ਜੀ ਕੀ ਵੀ ਕਿਹਾ ਜਾਂਦਾ ਹੈ ਵਿੱਚ ਪਹਿਲੀ ਸਾਖੀ ਹੈ। ਪ੍ਰਭੂ ਨਾਲ ਵਾਰਤਾਲਾਪ ਹੈ। ਉਸ ਦੇ ਆਰੰਭ ਦੇ ਸ਼ਬਦ ਹਨ, ਏਕ ਦਿਨ ਬਾਬੇ ਨਾਨਕ ਕਉ ਬਾਣੀ ਆਈ, ਜੀ ਨਾਨਕ ਮੇਰੇ ਪਾਸ ਆਓ। ਤਾਂ ਬਾਬੇ ਨਾਨਕ ਕਿਹਾ, ਇਹ ਸੱਚੇ ਪਾਤਸ਼ਾਹ ਮੈਂ ਜੀ ਆਵਾਂ ਤੇਰੇ ਪਾਸ, ਇਤਨੀ ਕੁ ਮੈਨੂੰ ਪਹੁੰਚ ਨਹੀਂ ਜੇ ਤੇਰੇ ਦਰਗਾਹ ਆਵਾਂ। ਬਾਬਾ ਨਿਰੰਕਾਰ ਕੇ ਮਹਿਲ ਜਾਏ ਖੜਾ ਕੀਤਾ, ਫਿਰ ਨਿਰੰਕਾਰ ਕੀ ਆਗਿਆ ਆਈ। ਨਾਨਕ ਤੁਧ ਨੂੰ ਮੇਰਾ ਕਰਮ ਖੁਸ਼ੀ ਹੈ, ਮੈਂ ਤੁਧ ਉਪਰ ਮਿਹਰਬਾਨ ਹਾਂ। ਜੋ ਮੇਰਾ ਨਾਉ ਸੋ ਤੇਰਾ ਨਾਉ, ਮੇਰਾ ਨਾਉ ਸਤਿਗੁਰ ਪੁਰਖ ਹੈ, ਤੇਰਾ ਨਾਉ ਜਗਤ ਗੁਰੂ ਕੀਤਾ। ਜਾਹੇ ਨਾਨਕ ਮੈਂ ਤੇਰਾ ਇੱਕ ਪੰਥ ਕੀਤਾ। ਉਹਨਾਂ ਕੋ ਭਗਤੀ ਕੋ ਦ੍ਰਿੜਾਵਣੀ, ਧਰਮ ਦ੍ਰਿੜਾਵਣਾ, ਗ੍ਰਹਿਸਤ ਵਿੱਚ ਬੈਰਾਗੀ ਕਰਨੇ, ਉਦਾਸੀ ਕਰਨੇ ਨਹੀਂ। मेरे मार्ग की यह ही निशानी है, परमेश्वर जपावना, परमेश्वर का सिमरन, नाम दान इशनान दया धर्म रहना, संजम रखने, घाल कमाए खाना, निर्लोभ रहना, सतवादी होवना, झूठ नहीं बोलना, झूठ की भगत थाए नहीं पाउंदी, सच की भगत थाए पाउंदी है, विख्या नहीं संचावनी, आया चलाया एक टेक मेरे नाउ की करनी, टेक दूजी नाही करनी, तुद उपर मेरा कर्म है, तू सो हाउ, हाउ सो तू, मेरे नावे बिन कुछ होर विचार करना नहीं। ता बाबे नानक डंडौत बंदना करके चरण बंदना करके विदा हुआ। ता फिर इस जुग के मनुखा को तारण की निमित्त इहाँ आया, आए कै इहाँ रचना रची, वाहिगुरु सतगुरु शब्द गुरु करण कारण, समरथ गुर जिन कै प्रसाद सच दिड़िया। पटना शहर विखे भव लियो। गुरु हरगोबिंद जी दे सब तो छोटे साहिबजादे गुरु तेग बहादुर सन। जद करतारपुर दी जंग हुई तां गुरु हरगोबिंद जी ने अपने छोटे बेटे नूं तलवार दे जोहर दिखाउंदे देख फरमाया सी, तू त्याग मल तां नहीं तेग बहादुर है। आप जी दा नां
तेग बहादुर ही पक गया। जंग उपरंत आप दी रुचि ऐसी बदली कि उपराम ही हो गए। माता नानकी नाल बाबा बकाला नानके पुजे। माता गुजरी जी भी उन्हां नाल ही आ टिके। गुरु हरगोबिंद जी गुरगद्दी अपने पोतरे बाबा गुरदित्ता जी दे सपुत्तर नूं दे के मार्च 3 1644 ईस्वी ਐਤਵਾਰ ਨੂੰ ਜੋਤੀ ਜੋਤ ਸਮਾ ਗਏ। ਮਾਤਾ ਨਾਨਕੀ ਜੀ ਨੇ ਜਦ ਗੁਰੂ ਤੇਗ ਬਹਾਦਰ ਜੀ ਤੇ ਬਖਸ਼ਿਸ਼ ਕਰਨ ਲਈ ਕਿਹਾ ਤਾਂ ਆਪ ਜੀ ਨੇ ਇੱਕ ਰੁਮਾਲ, ਪੋਥੀ ਅਤੇ ਕਟਾਰ ਦਿੱਤੀ। ਗੁਰੂ ਤੇਗ ਬਹਾਦਰ ਨੇ ਸਾਧਨਾ ਅਤੇ ਆਰਾਧਨਾ ਨਾਲ ਉਸੇ ਰੁਮਾਲ ਨੂੰ ਇਤਨਾ ਵਧਾਇਆ ਕਿ ਉਹ ਚਾਦਰ ਹੋ ਨਿਬੜੀ ਅਤੇ ਆਪ ਜੀ ਹਿੰਦ ਦੀ ਚਾਦਰ ਕਰਕੇ ਸਤਿਕਾਰੇ ਜਾਣ ਲੱਗੇ। ਇਸ ਕਟਾਰ ਨੇ ਤੇਗ ਬਣ ਇਸਲਾਮ ਦੇ ਪੱਥੇ ਵਿੱਚ ਖੰਦਗੇ ਆਖਰੀ ਨੂੰ ਖੁੰਡਾ ਕੀਤਾ। ਗੁਰੂ ਹਰ ਰਾਏ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ 17 ਸਾਲ ਤੱਕ ਨਿਭਾਇਆ। 1658 ਨੂੰ ਔਰੰਗਜ਼ੇਬ ਨੇ ਦਾਰਾ ਮੁਰਾਦ ਦੇ ਸੁਝਾਅ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਸੰਭਾਲ ਲਿਆ ਅਤੇ ਨਾਲ ਹੀ ਨਵੀਂ ਕਰੜੀ ਧਾਰਮਿਕ ਨੀਤੀ ਦਾ ਐਲਾਨ ਕਰ ਦਿੱਤਾ। ਗੁਰੂ ਹਰ ਰਾਏ ਜੀ ਨੇ ਜਿਸ ਦ੍ਰਿੜਤਾ ਨਾਲ ਬਦਲੇ ਹੋਏ ਹਾਲਾਤ ਵਿੱਚ ਜਥੇਬੰਦੀ ਨੂੰ ਕਾਇਮ ਰੱਖਿਆ, ਉਹ ਨਿਰੋਲ ਉਹਨਾਂ ਦੇ ਹੀ ਹਿੱਸੇ ਆਇਆ ਹੈ। ਉਹਨਾਂ ਦੇ ਵੱਡੇ ਸਪੁੱਤਰ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਉਸ ਦੀ ਪੁੱਛ ਕੀ ਤੁਸੀਂ ਮਿੱਟੀ ਮੁਸਲਮਾਨ ਕੀ ਪੈੜੇ ਪਈ ਕੁਮਾਰ ਕਿਉਂ ਪੜ੍ਹਦੇ ਹੋ ਦੇ ਉੱਤਰ ਵਿੱਚ ਕਮਜ਼ੋਰੀ ਅਤੇ ਖੁਸ਼ਾਮਦ ਦੇ ਬਚਨ ਆਖ ਦਿੱਤੇ ਕਿ ਅਸੀਂ ਇਹ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ਮਿੱਟੀ ਬੇਈਮਾਨ ਪੜ੍ਹਦੇ ਹਾਂ। ਤਾਂ ਗੁਰੂ ਹਰ ਰਾਏ ਜੀ ਨੇ ਉਸ ਸਮੇਂ ਕਿਹਾ ਕਿ ਛੋਟੀ ਮੱਤ ਵਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਹੈ ਅਤੇ ਪਾਤਸ਼ਾਹ ਦੇ ਫਰਮਾਨ ਨੂੰ ਬਦਲਾਉਣ ਦਾ ਹੱਕ ਕਿਸੇ ਨੂੰ ਨਹੀਂ। ਹੁਕਮ ਦੇ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਅਤੇ ਤੁਰਕਾਂ ਪਾਸ ਹੀ ਰਹੇ। ਗੁਰੂ ਹਰ ਰਾਏ ਜੀ ਨੇ ਗੁਰਗੱਦੀ ਆਪਣੇ ਛੋਟੇ ਸਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਇੱਕ ਪਾਸੇ ਉਹਨਾਂ ਗੁਰਗੱਦੀ ਦੀ ਪਵਿੱਤਰਤਾ ਬਚਾਈ, ਦੂਜੇ ਪਾਸੇ ਐਸੇ ਹੁਕਮ ਦਿੱਤੇ ਜਿਸ ਨਾਲ ਜਥੇਬੰਦੀ ਵਿੱਚ ਨਿਰਾਲਾ ਅਤੇ ਨਰੋਆਪਣ ਬਣਿਆ ਰਿਹਾ। ਉਸ ਦੀ ਇੱਕ ਉਦਾਹਰਣ ਭਾਈ ਹਕੀਕਤ ਰਾਏ ਦੇ ਦਾਦਾ ਭਾਈ ਨੰਦ ਲਾਲ ਪੁਰੀ ਨੂੰ ਗਲੋਟੀਆਂ ਖੁਰਚ ਦਿੱਤਾ ਉਪਦੇਸ਼ ਹੈ। ਜਦ ਭਾਈ ਜੀ ਨੇ ਉਪਦੇਸ਼ ਦੀ ਮੰਗ ਕੀਤੀ ਤਾਂ 7ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਇੱਕ ਤਮਾਕੂ ਨਾ ਪੀਣਾ, ਦੂਜੇ ਕੇਸ ਕਤਲ ਨਾ ਕਰਾਉਣਾ ਅਤੇ ਤੀਜੇ ਟੋਪੀ ਨਾ ਪਹਿਨਣੀ। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ ਰਾਮ ਰਾਏ ਜੀ ਨੂੰ ਮਤਸਰ ਦੀ ਐਸੀ ਅੱਗ ਭੜਕੀ ਜੋ ਦਿੱਲੀ ਵਿੱਚ ਔਰੰਗਜ਼ੇਬ ਨੂੰ ਜਾ ਕੇ ਗੱਦੀ ਲੈਣ ਵਾਸਤੇ ਫਰਿਆਦ ਕੀਤੀ। ਬਾਦਸ਼ਾਹ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਜੈਪੁਰੀ ਨੂੰ ਹੁਕਮ ਦਿੱਤਾ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਅਸ਼ਰਫੀਆਂ ਅਤੇ ਨਜ਼ਰਾਂ ਭੇਟਾਂ ਗੁਰੂ ਵਾਸਤੇ ਦੇ ਕੇ ਆਖਿਆ ਕਿ ਕੀਰਤਪੁਰ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਲੈ ਆਓ। ਜਦ ਦੀਵਾਨ ਨੇ ਆ ਕੇ ਅਰਜ਼ ਕੀਤੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਅਸੀਂ ਰਾਜਾ ਦੇ ਪ੍ਰੇਮ ਕਰਕੇ ਚੱਲੇ ਹਾਂ ਪਰ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਵਾਂਗੇ। ਸੰਗਤਾਂ ਚਿੰਤਾ ਤੁਰ ਸਨ ਕਿ ਜਿਸ ਔਰੰਗਜ਼ੇਬ ਨੇ ਸਰਮਦ ਅਤੇ ਸ਼ਾਹ ਮੁਹੰਮਦ ਬਦਖਸ਼ਾਨੀ ਜੋ ਮੀਆਂ ਮੀਰ ਦੇ ਚੇਲੇ ਸਨ ਨੂੰ ਨਿਰਦੋਸ਼ ਹੀ ਕਤਲ ਕਰ ਦਿੱਤਾ ਹੈ, ਉਹ ਪਤਾ ਨਹੀਂ ਇਹਨਾਂ ਨਾਲ ਕੀ ਕਰੇਗਾ। ਪਰ ਗੁਰੂ ਹਰਕ੍ਰਿਸ਼ਨ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ। ਦਿੱਲੀ ਵਿਖੇ ਔਰੰਗਜ਼ੇਬ ਦੀ ਜਦ ਕੋਈ ਨਾ ਚੱਲੀ ਤਾਂ ਉਸਨੇ ਰਾਮ ਰਾਏ ਜੀ ਨੂੰ 7 ਪਿੰਡ ਖੁਰਵੜਾ, ਧੰਮਵਾਲ, ਚਮਸਾਰੀ, ਧਰਤਵਾਲੀ, ਪੰਡਤਵਾੜੀ, ਮੀਆਂਵਾਲ ਅਤੇ ਰਾਜਪੁਰਾ ਦੇ ਕੇ ਦਿੱਲੀ ਤੋਂ ਹੀ ਟੋਰ ਦਿੱਤਾ। ਉੱਥੇ ਹੀ ਦੇਹਰਾਦੂਨ ਰਾਮ ਰਾਏ ਨੇ ਵਸਾਇਆ ਸੀ। ਧੀਰਮਲ ਨੇ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਵੀ ਸਫਲ ਨਾ ਹੋ ਸਕੀਆਂ ਅਤੇ ਕਰਤਾਰਪੁਰ ਮੁੜ ਆਇਆ। ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿਖੇ ਹੀ ਲੋਕਾਂ ਦੇ ਦੁੱਖ ਹਰਦੇ ਅਤੇ ਸਭ ਦੇ ਦੁਖੜੇ ਆਪਣੇ ਸਿਰ ਲੈ ਜੋਤੀ ਜੋਤ ਸਮਾ ਗਏ। ਕਈ ਦਿਨ ਆਪ ਜੀ ਦੀ ਅੱਖ ਨਾ ਖੁੱਲੀ। ਸੰਗਤਾਂ ਦੇ ਵਾਰ-ਵਾਰ ਅਰਦਾਸ ਕਰਨ ਤੇ ਆਪ ਜੀ ਨੇ ਮੂੰਹ ਬਾਬਾ ਬਕਾਲਾ ਕਿਹਾ ਤੇ ਸਿਰ ਝੁਕਾ ਦਿੱਤਾ। ਭਾਈ ਸੇਵਾ ਰਾਮ ਦੀਆਂ ਪਰਚੀਆਂ ਦੇ ਲਿਖਣ ਅਨੁਸਾਰ ਫਿਰ ਦੁਬਾਰਾ ਸੰਗਤਾਂ ਨੇ ਬਹੁਤ ਵਾਰੀ ਬੁਲਾਇਆ ਤਾਂ ਆਪ ਜੀ ਨੇ ਮਿੱਟੀ ਹੋਈ ਮੁੱਠੀ ਉੱਪਰ ਕੀਤੀ। ਭਾਵ ਇਹ ਸੀ ਕਿ ਇੱਕ ਮੁੱਠ ਰਹਿਣਾ। ਭਾਈ ਸੇਵਾ ਸਿੰਘ ਦੇ ਸ਼ਹੀਦੀ ਬਿਲਾਸ ਅਨੁਸਾਰ ਜਬ ਸਤਿਗੁਰ ਭਾਣਾ ਵਰਤਾਇਆ, ਗੁਰੂ ਬਕਾਲਾ ਮਦ ਅਲਾਇਆ। ਭਾਈ ਕੇਸਰ ਸਿੰਘ ਸ਼ਿੱਬਰ ਨੇ ਵੀ ਬੰਸਾਵਾਲੀ ਨਾਮਾ ਵਿੱਚ ਇਹ ਹੀ ਗਵਾਹੀ ਭਰੀ ਹੈ। ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੋੜੀ ਹੈ ਕਿਸ ਪਾਸ। ਉਸ ਵਕਤ ਬਚਨ ਕੀਤਾ ਬਾਬਾ ਬਕਾਲੇ। ਗੁਰੂ ਹਰਕ੍ਰਿਸ਼ਨ ਜੀ 30 ਮਾਰਚ 1664 ਈਸਵੀ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਦੰਬੀਆਂ ਨੇ ਬਾਬਾ ਬਕਾਲਾ ਸ਼ਬਦਾਂ ਦਾ ਨਜਾਇਜ਼ ਲਾਭ ਉਠਾਉਂਦੇ ਹੋਏ ਬਕਾਲਾ ਵਿਖੇ ਆ ਮੰਜੀਆਂ ਡਾਈਆਂ। ਸਿੱਖ ਇਤਿਹਾਸ ਮੁਤਾਬਕ 22 ਮੰਜੀਆਂ ਲੱਗ ਗਈਆਂ। ਧੀਰਮਲ ਜੋ ਕਰਤਾਰਪੁਰ ਸਨ, ਰਿਸ਼ਤੇ ਵਿੱਚ ਬਾਬਾ ਵੀ ਲੱਗਦੇ ਸਨ ਅਤੇ ਆਦ ਗ੍ਰੰਥ ਸਾਹਿਬ ਵੀ ਉਹਨਾਂ ਪਾਸ ਸੀ। ਬਾਬਾ ਬਕਾਲਾ ਆ ਪੁੱਜੇ। ਭਾਈ ਕੇਸਰ ਸਿੰਘ ਨੇ ਧੀਰਮਲ ਦੇ ਆਖੇ ਸ਼ਬਦ ਇਸ ਪ੍ਰਕਾਰ ਲਿਖੇ ਹਨ। ਧੀਰਮਲ ਕਹੇ ਗੁਰਿਆਈ ਹੈ ਸਾਡੀ,
ਹਰਿ ਕ੍ਰਿਸ਼ਨ ਜੋ ਕਿਹਾ ਬਾਬਾ ਬਕਾਲਾ ਅਸੀਂ ਬਾਬੇ ਹਾਂ ਆਦਿ, ਬਾਬੇ ਗੁਰਦਿੱਤੇ ਦੀ ਅਸੀਂ ਔਲਾਦ, ਤੇਗ ਬਹਾਦਰ ਪੰਜਵੀਂ ਜਗ੍ਹਾ ਅਸੀਂ ਬਾਬੇ ਆਦ। ਫਿਰ ਸ਼ਿੱਬਰ ਜੀ ਨੇ ਟੋਕ ਦਿੰਦੇ ਹੋਏ ਕਿਹਾ ਹੈ ਕਿ ਧੀਰਮਲ ਨੂੰ ਇਤਨੀ ਸਮਝ ਨਾ ਮਨ ਮੈਂ ਆਈ, ਬਾਬਾ ਬਕਾਲੇ ਜੋ ਉਹਨੇ ਕਿਹਾ ਸੋ ਜੀਵਦਾ ਕੀ ਮੋਇਆ ਬਹਿ ਰਿਹਾ। ਸੰਗਤਾਂ ਵਿੱਚ ਕੁਝ ਚਿਰ ਦਵਦਾ ਬਣੀ ਰਹੀ, ਪਰ ਭਾਈ ਮੱਖਣ ਸ਼ਾਹ ਲੁਬਾਣਾ ਦੇ ਪੁੱਜਣ ਨਾਲ ਬੱਦਲ ਛੱਟ ਗਏ। ਮੱਖਣ ਸ਼ਾਹ ਦਾ ਤਜਾਰਤੀ ਜਹਾਜ਼ ਬਰੇਤੇ ਵਿੱਚ ਫਸ ਗਿਆ ਸੀ ਅਤੇ ਉਸ ਨੇ ਗੁਰੂ ਚਰਨਾਂ ਅੱਗੇ ਅਰਦਾਸ ਕੀਤੀ ਸੀ ਕਿ ਜਹਾਜ਼ ਸਹੀ ਸਲਾਮਤ ਕਿਨਾਰੇ ਤੇ ਲੱਗ ਜਾਏ ਤਾਂ ਉਹ ਆਪੂ ਆ ਕੇ ਗੁਰੂ ਚਰਨਾਂ ਦੇ ਦਸਵੰਧ ਦੀ ਰਕਮ ਰੱਖੇਗਾ। ਜਦ ਉਹ ਬਾਬਾ ਬਕਾਲੇ ਪੁੱਜਾ ਤਾਂ ਕਈ ਗੁਰੂ ਦੇਖ ਉਹਨਾਂ ਇਹੀ ਸੋਚਿਆ, ਆਤਮਦਰਸ਼ੀ ਗੁਰਜੋ ਹੋਏ ਮੰਗ ਲੈ ਗੋ ਮੁਖ ਤੇ ਸੋਏ। ਬਾਕੀਆਂ ਅੱਗੇ ਵਿਉਂਤ ਅਨੁਸਾਰ ਜਦ ਦੋ ਦੋ ਮੋਹਰਾਂ ਚੜਾ ਚੁੱਕੇ ਤਾਂ ਮੁੜਦੇ ਪਏ ਸਨ ਕਿ ਬਾਣੀ ਪੜ੍ਹਨ ਦੀ ਆਵਾਜ਼ ਕਰਨੀ ਪਈ। ਆਵਾਜ਼ ਗੁਰੂ ਤੇਗ ਬਹਾਦਰ ਜੀ ਦੀ ਸੀ। ਜਦ ਮੱਖਣ ਸ਼ਾਹ ਨੇ ਉਹਨਾਂ ਅੱਗੇ ਵੀ ਦੋ ਮੋਹਰਾਂ ਰੱਖੀਆਂ ਤਾਂ ਨੌਵੇਂ ਪਾਤਸ਼ਾਹ ਨੇ ਫਰਮਾਇਆ, ਕਿਉਂ ਨਹਿ ਦੇਤ ਸੋ ਕੀਆ ਮਨ ਹੇਰੀ। ਗੁਰੂ ਦੇ ਵਾਕ ਸੁਣ ਕੇ ਉਸ ਨੂੰ ਪ੍ਰਤੀਤ ਆਈ ਅਤੇ ਉੱਚੀ ਚੜ੍ਹ ਕੇ ਪੱਲੂ ਫੇਰ ਕੇ ਕਿਹਾ, ਗੁਰੂ ਲਾ ਦੋਰੇ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਚੜ ਉੱਚੇ ਮੰਦਰ ਢੇਰ ਸੁਣਾਇਆ, ਆਇਓ ਗੁਰ ਸਿੱਖੋ ਮੈਂ ਸਤਿਗੁਰ ਲੱਦਾ, ਤਾਕੀ ਮਹਿਮਾ ਅਗਮ ਅਗਾਧਾ, ਗੁਰ ਹੈ ਸੋਏ ਜੋ ਉਰ ਕੀ ਜਾਣੇ। ਧੀਰਮਲ ਨੂੰ ਇਤਨਾ ਗੁੱਸਾ ਆਇਆ ਕਿ ਉਸ ਸ਼ੀਹੇ ਮਸੰਦ ਕੋਲੋਂ ਬੰਦੂਕ ਦੀ ਗੋਲੀ ਦਾ ਵਾਰ ਕਰਵਾਇਆ। ਗੁਰੂ ਜੀ ਤਾਂ ਬਚ ਗਏ, ਪਰ ਚੋਰ ਕਰਦਾ ਸਿੱਖ ਉੱਥੇ ਹੀ ਸ਼ਹੀਦ ਹੋ ਗਿਆ। ਸਿੱਖਾਂ ਨੂੰ ਜਦ ਇਸ ਨਿਰਦਈ ਵਾਰਦਾਤ ਦਾ ਪਤਾ ਲੱਗਾ ਤਾਂ ਉਹਨਾਂ ਧੀਰਮਲ ਦਾ ਸਾਰਾ ਮਾਲ ਮਤਾ ਖੋਹ ਲਿਆਂਦਾ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਵੀ ਆਪਣੇ ਕਬਜ਼ੇ ਵਿੱਚ ਕਰ ਲਈ। ਗੁਰੂ ਤੇਗ ਬਹਾਦਰ ਜੀ ਨੂੰ ਜਦ ਇਸ ਵਾਰਤਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਾਰਾ ਸਮਾਨ ਵਾਪਸ ਕਰਵਾਇਆ ਅਤੇ ਭੀੜ ਮੋੜਨ ਲਈ ਹੁਕਮ ਕਰ ਦਿੱਤਾ। ਉੱਥੇ ਜਿੱਥੇ ਇਹ ਬਚਨ ਵੀ ਉਚਾਰੇ ਕਿ ਖਿਮਾ ਕਰਤ ਨਰ ਕੀ ਕਲਿਆਣ, ਉੱਥੇ ਦਰਬ ਕੇ ਕਾਜ ਕਛ ਗੁਰੂ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਪਾਈ ਵੀ ਕਹੇ। ਤਾਰੀਖੇ ਪੰਜਾਬ ਦੇ ਕਥਨ ਅਨੁਸਾਰ ਇਹ ਫਰਮਾਇਆ, ਸਾਨੂੰ ਇਸ ਸਮਾਨ ਦੀ ਲੋੜ ਨਹੀਂ, ਉਸੇ ਹਿਰਸੀ ਦੀ ਰਹਿਸ ਪੂਰੀ ਹੋਣ ਦਿਓ। ਅਸੀਂ ਕੋਈ ਧਨ ਦੌਲਤ ਇਕੱਠੀ ਕਰਨ ਲਈ ਇਹ ਹੱਟੀ ਨਹੀਂ ਪਾਈ ਹੋਈ। ਉੱਥੋਂ ਜਦ ਸ਼੍ਰੀ ਅੰਮ੍ਰਿਤਸਰ ਪੁੱਜੇ ਤਾਂ ਹਰਮੰਦਰ ਦੇ ਪ੍ਰਬੰਧਕਾਂ ਹਰ ਜੀ ਅਤੇ ਹੋਰਨਾਂ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਦੇਖਿਆ। ਉਹਨਾਂ ਦਰਵਾਜ਼ੇ ਬੰਦ ਕਰ ਜਿੰਦਰੇ ਵੀ ਮਾਰ ਦਿੱਤੇ। ਆਪ ਜੀ ਦੂਰੋਂ ਹੀ ਥੜਾ ਸਾਹਿਬ ਨਮਸਕਾਰ ਕਰ ਅਤੇ ਇਸ਼ਨਾਨ ਕਰ ਵੱਲਾ ਪਿੰਡ ਚਲੇ ਗਏ। ਜਦ ਮੱਖਣ ਸ਼ਾਹ ਦੇ ਸਮਝਾਉਣ ਤੇ ਮਸੰਦ ਗੁਰੂ ਚਰਨੀ ਲੱਗੇ ਤਾਂ ਗੁਰੂ ਜੀ ਨੇ ਇਹ ਫਰਮਾਇਆ ਕਿ ਅੰਮ੍ਰਿਤ ਸਰੋਵਰ ਵਿੱਚ ਰਹਿਣ ਵਾਲਿਆਂ ਨੂੰ ਤ੍ਰਿਸ਼ਨਾ ਨਹੀਂ ਸੋਭਦੀ। ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗਣ ਤੇ ਅੰਤਰ ਸੜੀਏ। ਤਰਨ ਤਾਰਨ, ਖਡੂਰ ਸਾਹਿਬ, ਗੋਇੰਦਵਾਲ, ਸੁਲਤਾਨਪੁਰ ਅਤੇ ਲੱਖੀ ਜੰਗਲ ਤੋਂ ਹੁੰਦੇ ਹੋਏ ਆਪ ਜੀ ਕਿਰਤਪੁਰ ਪੁੱਜੇ। ਕਿਰਤਪੁਰ ਵੀ ਆਪਣੇ ਵੱਡੇ ਭਰਾ ਸੂਰਜਮਲ ਦੀ ਤਪਸ਼ ਅਤੇ ਈਰਖਾ ਦੇਖ ਕੇ ਆਪ ਜੀ ਨੇ ਨਵਾਂ ਟਿਕਾਣਾ ਬਣਾਉਣ ਦਾ ਮਨ ਬਣਾ ਲਿਆ। ਉਧਰ ਔਰੰਗਜ਼ੇਬ ਦਾ ਤਵੱਸਬੀ ਸੂਰਜ ਸਿਖਰ ਤੇ ਪੁੱਜ ਰਿਹਾ ਸੀ। ਜਾਹਣ ਕਲਾਰਕ ਆਰਚਰ ਦਾ ਕਹਿਣਾ ਹੈ, ਇੱਕ ਹੋਰ ਖਿਆਲ ਨੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਨਵੀਂ ਅਤੇ ਨਵੇਕਲੀ ਥਾਂ ਵਸਾਉਣ ਲਈ ਮਜਬੂਰ ਕਰ ਦਿੱਤਾ। ਉਹ ਦੇਖ ਰਹੇ ਸਨ ਕਿ ਔਰੰਗਜ਼ੇਬ ਦਾ ਤਵੱਸਬੀ ਸੂਰਜ ਬੜੀ ਛੇਤੀ ਨਾਲ ਚੜ ਰਿਹਾ ਹੈ। ਸਿੱਖ ਧਰਮ ਨੂੰ ਉਸ ਦੀ ਤਮਸ਼ ਤੋਂ ਬਚਾਉਣਾ ਜ਼ਰੂਰੀ ਸੀ। ਆਪ ਜੀ ਦੀ ਸੁਚੱਜੀ ਅੱਖ ਨੇ ਮਾਖੋਵਾਲ ਦੀਆਂ ਪਹਾੜੀਆਂ ਦੀ ਚੋਣ ਕੀਤੀ। ਇਹ ਪਹਾੜੀਆਂ ਤਿੰਨ ਦਰਿਆਵਾਂ ਸਤਲੁਜ, ਸਰਸਾ ਅਤੇ ਚਰਨ ਗੰਗਾ ਵਿਚਕਾਰ ਸਨ। ਉਹਨਾਂ ਦਿਨਾਂ ਵਿੱਚ ਹੀ ਰਾਜਾ ਦਲੀਪ ਚੰਦ ਕਹਿਲੂਰੀ ਵਾਲੇ ਦਾ ਪੁੱਤਰ ਤਾਰਾ ਚੰਦ ਚੜ੍ਹਾਈ ਕਰ ਗਿਆ ਸੀ। ਰਾਜਾ ਦੀਪ ਚੰਦ ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਬੰਦ ਖਲਾਸ ਕਰਵਾਇਆ ਸੀ। ਉਹ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸਨ ਜੋ ਬੰਦੀ ਛੋੜ ਦਾਤੇ ਦੀ ਬਖਸ਼ਿਸ਼ ਨਾਲ ਰਿਹਾ ਹੋਏ ਸਨ। ਉਸ ਦੇ ਪੁੱਤਰ ਤਾਰਾ ਚੰਦ ਦੇ ਸੱਦੇ ਉੱਤੇ ਹੀ ਆਪ ਬਿਲਾਸਪੁਰ ਜਾ ਰਹੇ ਸਨ। ਕਿਰਤਪੁਰ ਹੀ ਸਨ ਕਿ ਤਾਰਾ ਚੰਦ ਦੀ ਮ੍ਰਿਤੂ ਦੀ ਖਬਰ ਪੁੱਜੀ। ਆਪ ਜੀ ਬਿਲਾਸਪੁਰ ਪੁੱਜੇ ਅਤੇ ਉਸ ਦੀ ਵਿਧਵਾ ਰਾਣੀ ਚੰਪਾ ਨੇ ਮੀਆਂਪੁਰ, ਲੋਧੀਪੁਰ, ਸਹੋਟੇ ਨਗਰ ਦੀ ਨਾਲ ਵਾਲੀ ਜ਼ਮੀਨ ਦੇ ਕੇ ਬੇਨਤੀ ਕੀਤੀ ਕਿ ਉਹ ਨਵਾਂ ਨਗਰ ਵਸਾਉਣ। ਭੀਮ ਚੰਦ ਦੀ ਉਮਰ ਉਸ ਵੇਲੇ ਕੇਵਲ 10 ਸਾਲ ਦੀ ਸੀ। ਆਪ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਥਾਂ ਮੁੱਲ ਲੈਣੀ ਹੀ ਠੀਕ ਜਾਣੀ। ਗੁਰਬਿਲਾਸ ਪਾਤਸ਼ਾਹੀ 10ਵੀਂ ਅਨੁਸਾਰ ਮੁੱਲ ਤਾਰ ਕੇ ਖੂਬਸੂਰਤ ਨਗਰ ਵਸਾਇਆ ਅਤੇ ਮਾਤਾ ਨਾਨਕੀ ਜੀ ਦੇ ਨਾਂ ਤੇ ਉਸ ਦਾ ਨਾਮ ਰੱਖਿਆ। ਜਰ ਖਰੀਦ ਜਾਗਾ ਲੈ ਜਾਣਾ, ਨਗਰ ਰਚਿਓ ਅਛੋ ਸੁਖਦਾਨਾ, ਮਾਤਾ ਜੀ ਕੇ ਇਸਮ ਨਿਧਾਨ। ਅਤੇ ਸੰਭਾਲ ਕੀਤੀ ਅਤੇ ਪਟੇ ਲਿਖਾ ਕੇ ਪਾਸ ਰੱਖ ਲਏ। ਜਰ ਖਰੀਦ ਕੇ ਪਟੇ ਲਿਖਾਏ, ਲੈ ਸਤਗੁਰ ਨਿਜ ਨਿਕਟ ਰਖਾਏ। ਜੋ 3 ਪਿੰਡ ਆਪ ਜੀ ਨੇ 2200 ਰੁਪਏ ਦੇ ਕੇ ਖਰੀਦੇ ਸਨ ਉਹਨਾਂ ਦਾ ਨਾਮ ਮਾਖੋਵਾਲ,
ਮਟੋਰ, ਮੀਆਂਪੁਰ, ਸਹੋਤਾ ਅਤੇ ਲੋਧੀਪੁਰ ਸਨ। 2 ਪਠਾਨਾਂ ਮਾਟੋ ਅਤੇ ਮਾਖੋ ਨੇ ਇਹ ਨਗਰ ਵਸਾਏ ਸਨ, ਪਰ ਉਹਨਾਂ ਨੇੜੇ ਤੇੜੇ ਦੇ ਲੋਕਾਂ ਤੇ ਇਤਨੇ ਅਤਿਆਚਾਰ ਕੀਤੇ ਕਿ ਲੋਕੀ ਉਹਨਾਂ ਨੂੰ ਦੈਂਤ ਹੀ ਆਖਣ ਲੱਗ ਪਏ। ਇਹ ਖਿਆਲ ਕੀਤਾ ਜਾਂਦਾ ਸੀ ਕਿ ਉਹਨਾਂ ਦੀਆਂ ਰੂਹਾਂ ਉਸ ਸਮੇਂ ਤੱਕ ਉੱਥੇ ਹੀ ਡੇਰਾ ਲਗਾਈ ਬੈਠੀਆਂ ਸਨ। 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪਵਿੱਤਰ ਹੱਥਾਂ ਨਾਲ ਨਵੇਂ ਨਗਰ ਦੀ ਨੀਂਹ ਰਖਵਾਈ, ਕੜਾਹ ਪ੍ਰਸ਼ਾਦ ਵਰਤਾਇਆ ਅਤੇ ਨਾਂ ਚੱਕ ਨਾਨਕੀ ਰੱਖਿਆ। ਅਜੇ ਕੁਝ ਚਿਰ ਹੀ ਹੋਇਆ ਸੀ ਕਿ ਆਪ ਜੀ ਨੂੰ ਪੂਰਬ ਵੱਲੋਂ ਪੁਕਾਰਾਂ ਆਉਣੀਆਂ ਲੱਗ ਪਈਆਂ। ਦਾਤਾਰ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਦਰਦ ਵੰਡਾਉਣ ਲਈ ਪੂਰਬ ਵੱਲ ਚੱਲ ਪਏ। ਔਰੰਗਜ਼ੇਬ ਦਾ ਬਹੁਤਾ ਹੱਲਾ ਪੂਰਬ ਦੇਸ਼ ਤੇ ਹੀ ਸੀ। ਆਗਰਾ, ਮਥੁਰਾ, ਪ੍ਰਯਾਗ, ਬਨਾਰਸ, ਅਯੋਧਿਆ ਤੇ ਔਰੰਗਜ਼ੇਬ ਜ਼ਬਰ ਢਾ ਰਿਹਾ ਸੀ। ਆਪ ਜੀ ਮਾਤਾ ਗੁਜਰੀ ਸਮੇਤ ਉੱਧਰ ਹੀ ਚੱਲ ਪਏ। ਉਹ ਜਾਣਦੇ ਸਨ ਕਿ ਪੂਰੀ ਤਰ੍ਹਾਂ ਨਾ ਵਸੇ ਅਨੰਦਪੁਰ ਵਿੱਚ ਮਾਤਾ ਜੀ ਨੂੰ ਛੱਡ ਜਾਣਾ ਠੀਕ ਨਹੀਂ। ਗੁਰੂ ਕੀਆਂ ਸਾਖੀਆਂ ਅਤੇ ਮਹਿਮਾ ਪ੍ਰਕਾਸ਼ ਅਨੁਸਾਰ ਅਕਤੂਬਰ 1665 ਵਿੱਚ ਤਮਤਾਨ ਵਿਖੇ ਆਲਮ ਖਾਨ ਰੋਹੇਲੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਿਆ, ਪਰ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਕਹਿਣ ਤੇ ਬੰਦੀਖਾਨੇ ਵਿੱਚ ਨਾ ਪਾਇਆ ਗਿਆ। ਪਾਦਸ਼ਾਹ ਬਰੰਜੀ ਵਿੱਚ ਲਿਖਿਆ ਵੀ ਹੈ ਕਿ ਔਰੰਗਜ਼ੇਬ ਨੇ ਰਾਮ ਸਿੰਘ ਕੋਲੋਂ ਵੀ ਪੁੱਛਿਆ ਕਿ ਤੂੰ ਐਸਾ ਕਿਉਂ ਚਾਹੁੰਦਾ ਹੈ, ਤਾਂ ਰਾਮ ਸਿੰਘ ਨੇ ਕਿਹਾ, ਉਹ ਕੌਣ ਹਨ ਤੁਹਾਨੂੰ ਕੀ ਪਤਾ, ਰਾਜਾ ਜਾਂ ਨਵਾਬ ਹੋਵੇ ਤਾਂ ਤੇ ਤੇਰਾ ਅਤਾਬ ਗਿਰੇ, ਪਰ ਉਹ ਤਾਂ ਪਿਰਾਨ ਪੀਰ ਹਨ। ਗੁਰੂ ਜੀ ਨਾ ਡਰੋ ਤੇ ਨਾ ਡਰਾਓ ਦਾ ਲੋਕਾਂ ਵਿੱਚ ਹਰ ਥਾਂ ਪ੍ਰਚਾਰ ਕਰਦੇ ਹੀ ਗਏ। ਗੌਰ ਨਾਲ ਦੇਖਿਆ ਜਾਏ ਤਾਂ ਉਹਨਾਂ ਦੀ ਸਾਰੀ ਬਾਣੀ ਅਤੇ ਸ਼ਲੋਕ ਹਿੰਦਵੀ ਭਾਸ਼ਾ ਵਿੱਚ ਸਨ। ਕੋਈ ਵਿਰਲਾ ਸ਼ਬਦ ਹੀ ਫਾਰਸੀ ਜਾਂ ਠੇਠ ਪੰਜਾਬੀ ਦਾ ਹੈ। ਉਹ ਲੋਕਾਂ ਨੂੰ ਸੰਗਤਾਂ ਬਣਾਉਣ ਅਤੇ ਧਰਮ ਦ੍ਰਿੜ ਕਰਨ ਦੀ ਗੱਲ ਹੀ ਆਖਦੇ ਸਨ। ਉਹ ਸ਼ਬਦਾਂ ਰਾਹੀਂ ਸਮਝਾ ਰਹੇ ਸਨ ਕਿ ਜੇ ਇੱਕੋ ਪ੍ਰਭੂ ਦਾ ਸਹਾਰਾ ਲਿਆ ਜਾਏ ਤਾਂ ਜ਼ੁਲਮ ਬਹੁਤੀ ਦੇਰ ਤੱਕ ਨਹੀਂ ਟੁਰਦਾ। ਦ੍ਰੌਪਦੀ ਨੇ ਪੁਕਾਰਿਆ ਤਾਂ ਉਸ ਦੀ ਲਾਜ ਰੱਖੀ। ਹਾਥੀ ਨੇ ਸਿਮਰਿਆ ਤਾਂ ਉਹ ਤੰਦੂਏ ਦੀ ਪਕੜ ਤੋਂ ਆਜ਼ਾਦ ਹੋ ਗਿਆ। ਅਜਾਮਲ ਨੇ ਸਿਮਰਿਆ ਤਾਂ ਉਹ ਮੁਕਤ ਹੋ ਗਿਆ। ਸੋ ਲੋੜ ਇਕੱਠੇ ਹੋਣ ਅਤੇ ਵਿਸ਼ਵਾਸ ਰੱਖਣ ਦੀ ਹੈ। ਇਸ ਪ੍ਰਚਾਰ ਸਦਕਾ ਸੁਤੰਤਰਤਾ ਦੀ ਨਵੀਂ ਲਹਿਰ ਚੱਲ ਪਈ। ਮਥੁਰਾ ਵਿੱਚ ਗੋਕਲ ਨੇ ਹਥਿਆਰ ਚੁੱਕੇ ਅਤੇ ਉਸ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨ ਹਥਿਆਰਬੰਦ ਹੋ ਖਲੋਤੇ। ਪੂਰਾ 1 ਸਾਲ ਇਸ ਬਗਾਵਤ ਨੂੰ ਦਬਾਉਣ ਵਿੱਚ ਲੱਗ ਗਿਆ। 1670 ਵਿੱਚ ਨਾਰਲੌਣ ਦੇ ਸਤਨਾਮੀ ਉੱਠ ਬੈਠੇ। ਇਹ ਸਭ ਨਾ ਭੈ ਮਨ ਤਾਣ ਦੇ ਪ੍ਰਚਾਰ ਦਾ ਹੀ ਸਦਕਾ ਸੀ। ਇਸ ਸਿਲਸਿਲੇ ਵਿੱਚ ਗੁਲਾਮ ਹੁਸੈਨ ਨੇ ਵੀ ਲਿਖਿਆ ਹੈ, ਗੁਰੂ ਤੇਗ ਬਹਾਦਰ ਦੇ ਗਿਰਦ ਬੇਅੰਤ ਸੇਵਕ ਇਕੱਠੇ ਹੋ ਗਏ ਅਤੇ ਹਜ਼ਾਰਾਂ ਲੋਕ ਉਸ ਪਿੱਛੇ ਤੁਰ ਪਏ। ਜਦ ਆਪ ਜੀ ਇਲਾਹਾਬਾਦ ਪੁੱਜੇ ਤਾਂ ਉੱਥੇ ਗੁਰੂ ਜੀਵਨੀ ਦੀ ਮਹਾਨ ਘਟਨਾ ਹੋਈ। ਗੁਰੂ ਜੀ ਦੀ ਸ਼ਾਦੀ ਹੋਇਆਂ ਤਕਰੀਬਨ 27 ਸਾਲ ਹੋ ਗਏ ਸਨ। ਇਹ ਜੋੜਾ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਕੇ ਕਿਸੇ ਮਹਾਨ ਆਤਮਾ ਨੂੰ ਜਨਮ ਦੇਣ ਦੀ ਪ੍ਰਾਰਥਨਾ ਕਰ ਰਿਹਾ ਸੀ। ਇਲਾਹਾਬਾਦ ਤੋਂ ਬਨਾਰਸ ਗਿਆ ਕਰਮਨਾਸ਼ ਨਦੀ ਪਾਰ ਕਰਕੇ ਆਪ ਜੀ ਪਟਨਾ ਪੁੱਜੇ। ਪਟਨਾ ਪੁੱਜਦੇ ਹੀ ਬਾਰਿਸ਼ਾਂ ਆਰੰਭ ਹੋ ਗਈਆਂ ਸਨ ਅਤੇ ਚੁਮਾਸਾ ਲੱਗ ਗਿਆ ਸੀ। ਗੁਰੂ ਜੀ ਨੇ ਉੱਥੇ ਟਿਕ ਕੇ ਧਰਮ ਪ੍ਰਚਾਰ ਦੇ ਕੰਮ ਨੂੰ ਜਥੇਬੰਦ ਕੀਤਾ। ਉੱਥੇ ਹੀ ਆਪ ਜੀ ਨੂੰ ਖਬਰ ਪੁੱਜੀ ਕਿ ਸ਼ਿਵਾਜੀ ਮਰਹੱਟਾ ਰਾਮ ਸਿੰਘ ਦੇ ਮਹਿਲਾਂ ਤੋਂ ਪੁੱਤਰ ਸਮੇਤ ਨੱਸ ਗਿਆ ਹੈ। ਔਰੰਗਜ਼ੇਬ ਨੇ ਰਾਮ ਸਿੰਘ ਨੂੰ ਦੋਸ਼ੀ ਠਹਿਰਾਇਆ। ਪਹਿਲਾਂ ਤਾਂ ਉਸ ਨੂੰ ਸਖਤ ਸਜ਼ਾ ਦੇਣ ਦੀ ਸੋਚੀ, ਪਰ ਫਿਰ ਅਸਾਮ ਦੀ ਮੁਹਿੰਮ ਤੇ ਭੇਜ ਦਿੱਤਾ। ਹਰ ਕੋਈ ਜਾਣਦਾ ਸੀ ਕਿ ਅਸਾਮ ਦੀ ਮੁਹਿੰਮ ਤੇ ਗਿਆ ਕੋਈ ਵਾਪਸ ਨਹੀਂ ਮੁੜਿਆ, ਸੋ ਇਹ ਵੀ ਇੱਕ ਕਿਸਮ ਦੀ ਸਜ਼ਾ ਹੀ ਸੀ। ਰਾਜਾ ਰਾਮ ਸਿੰਘ ਫਰਵਰੀ 1669 ਨੂੰ ਢਾਕਾ ਵਿਖੇ ਗੁਰੂ ਜੀ ਨੂੰ ਮਿਲਿਆ ਸੀ। ਅਖਬਾਰਾਤ ਦਰਬਾਰ ਮੋਲਾ ਨੇ ਰਾਮ ਸਿੰਘ ਰਾਜਾ ਦੇ ਨਾਲ ਜਾਣ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਪਟਨੇ ਤੋਂ ਮੁੰਗੇਰ, ਭਾਗਲਪੁਰ, ਕੌਲਗਾਂਗ, ਸਾਹਿਬਗੰਜ ਅਤੇ ਕਾਂਤਨਗਰ ਪੁੱਜੇ। ਕਾਂਤਨਗਰ ਤੋਂ ਰਾਜ ਮਹਿਲ, ਮਾਲਦਾ, ਗੋਦਗਰੀ, ਗੋਪਾਲਪੁਰ ਤੋਂ 1666 ਅਕਤੂਬਰ ਨੂੰ ਢਾਕਾ ਪੁੱਜ ਗਏ ਸਨ। ਰਾਹ ਵਿੱਚੋਂ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮੇ ਲਿਖੀ ਜਾ ਰਹੇ ਸਨ। ਇੱਕ ਹੁਕਮਨਾਮੇ ਵਿੱਚ ਆਪ ਜੀ ਨੇ ਲਿਖਿਆ ਕਿ ਅਸੀਂ परे राजा जी के साथ गए हैं। कबीला हमो पटने में छोड़ा है। संगत की सेवा का वेला है। जो सिख सेवा करेगा तिसके रोजगार में बरकत होवेगी। कोई अबल हवेली होवे बड़ी होवे तिस मोह कबीले हमारे राखने। इथों यह स्पष्ट है कि माता जी की सेहत का गुरु जी नूं बहुत ख्याल सी, इसलिए वह खुली वड्डी अच्छी अते हवादार हवेली लिख रहे सन। गुरु तेग बहादुर जी ढाका विखे ही सन कि उन्होंने भाई मेहर चंद ते भाई कल्याण चंद हथी खबर भेजी कि पोह सुदी सप्तमी 1723 बिकरमी
ਭਾਵ 22 ਦਸੰਬਰ 1666 ਨੂੰ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਗੁਰੂ ਦਾ ਜਨਮ ਹੋਇਆ ਹੈ। ਖਬਰ ਸੁਣਦੇ ਸਾਰ ਹੀ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਦਾਸ ਨਾਂ ਧਰਿਆ ਅਤੇ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ ਕਿ ਸਰਬੱਤ ਸੰਗਤ ਪਟਨੇ ਕੀ, ਜਿਨ ਵਾਹਿਗੁਰੂ ਕੀਆ ਹੈ ਤਿਸ ਕੇ ਮਨੋਰਥ ਪੂਰੇ ਹੋਵਣਗੇ। गोविंद दास की बधाई ऊपर संगत खर्च किया, गुरु की दरगाह थाई पया, रुपए की मोहर थाई पड़ी, पीछे सेवा कीती सो थाई पई, आगे जो सेवा करूंगे तिसका भला होगा, सबके रोजगार मुँह बरकत होगा। भाई जी सिर पाओ भेजा है, पटना गुरु का घर है। फिर पिछों एक होर हुक्मनामे विच लिखा कि संगत सेवा गोविंद दास की करती है, तुम्हारी सेवा संगत की गुरु की दरगाह थाई पड़ेगी, संगत का भला होगा। इस तो यह गल प्रतीत हुंदी है कि गुरु तेग बहादुर जी दा बंगाल ते आसाम विच काफ़ी समा लगा रहा सी। गोबिंद दास की सेवा करती है तो यह गल उगड़ के सामने आउंदी है। गुरु तेग बहादुर जी दी पंजाब वापसी 1670 ਨੂੰ गुरु जी ने ਅਸਾਮੀਆਂ ਅਤੇ ਮੁਗਲਾਂ ਦੀ ਫੌਜ ਵਿੱਚ ਸੁਲ੍ਹਾ ਕਰਵਾ ਦਿੱਤੀ। ਗੁਰੂ ਜੀ ਦੇ ਕਹਿਣ ਤੇ ਦੋਵੇਂ ਧਿਰਾਂ ਪੁਰਾਣੀਆਂ ਹੱਦਾਂ ਤੇ ਮੁੜ ਗਈਆਂ। ਕਈ ਜਾਨਾਂ ਦਾ ਨੁਕਸਾਨ ਹੋਣੋਂ ਬਚ ਗਿਆ। ਆਪ ਜੀ ਉੱਥੋਂ ਹੱਜੋ ਪੁੱਜੇ, ਜਿਸ ਨੇੜੇ ਤਰਾ ਪਰਬਤ ਦੀ ਪਹਾੜੀ ਹੈ। ਰੰਗਾ ਮਾਟੀ ਵਿਖੇ 2 ਮਾਰਚ 1670 ਨੂੰ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਫਿਰ ਢਾਕਾ, ਕਲਕੱਤਾ, ਕਟਕ ਅਤੇ ਪੂਰੀ ਤੋਂ ਹੁੰਦੇ ਹੋਏ ਛੇਤੀ ਹੀ ਪੰਜਾਬ ਵੱਲ ਚੱਲ ਪਏ। ਛੇਤੀ ਮੁੜਨ ਦਾ ਕਾਰਨ ਇਹ ਹੀ ਲੱਗਦਾ ਹੈ ਕਿ ਔਰੰਗਜ਼ੇਬ ਨੇ ਹੁਣ ਪੰਜਾਬ ਨੂੰ ਕੇਂਦਰ ਬਣਾ ਲਿਆ ਸੀ। ਉਹ ਆਗਰੇ ਤੋਂ ਲਾਹੌਰ ਆ ਗਿਆ ਸੀ। ਗੁਰੂ ਜੀ ਦਾ ਪੰਜਾਬ ਪੁੱਜਣਾ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਧਰਵਾਸ ਮਿਲੇ। ਪਟਨਾ ਵਿੱਚ ਬਾਲਕ ਗੁਰੂ ਗੋਬਿੰਦ ਸਿੰਘ ਨੂੰ ਦੇਖ ਕੇ ਕੁਝ ਹੀ ਦਿਨ ਉੱਥੇ ਟਿਕੇ। ਆਪ ਜੀ ਨੇ ਪਰਿਵਾਰ ਨੂੰ ਉੱਥੇ ਹੀ ਰਹਿਣ ਦੇਣਾ ਠੀਕ ਸਮਝਿਆ ਅਤੇ ਆਪੂ ਆਨੰਦਪੁਰ ਦੀ ਉਸਾਰੀ ਆਰੰਭ ਕਰ ਦਿੱਤੀ। ਭਾਗ ਦੂਜਾ, ਪਟਨਾ ਵਿਖੇ 6 ਸਾਲ। ਪਟਨਾ ਸਾਹਿਬ। ਪਟਨਾ ਉਸ ਸਮੇਂ ਬੰਗਾਲ ਦੇ ਸੂਬੇ ਅਧੀਨ ਸੀ। ਬਿਹਾਰ ਸਾਰਾ ਹੀ ਬੰਗਾਲ ਦਾ ਹਿੱਸਾ ਸੀ। ਪਟਨੇ ਦਾ ਹਾਕਮ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਨਵਾਬ ਰਹੀਮ ਬਖਸ਼ ਸੀ। ਪਟਨਾ ਅਸ਼ੋਕ ਦੇ ਸਮੇਂ ਤੋਂ ਹੀ ਪ੍ਰਸਿੱਧ ਹੋ ਗਿਆ ਸੀ। ਨਲੰਦਾ ਦੇ ਨੇੜੇ ਹੋਣ ਕਾਰਨ ਵਿਦਿਆ ਸਾਹਿਤ ਦਾ ਕੇਂਦਰ ਵੀ ਸੀ। ਬੁੱਧ ਜੀ ਰਾਜਗ੍ਰਹਿ ਜਾਂਦਿਆਂ ਇੱਥੇ ਆਏ ਸਨ ਤਾਂ ਉਹਨਾਂ ਇੱਥੇ ਬਚਨ ਕੀਤਾ ਸੀ ਕਿ ਅੱਗ, ਪਾਣੀ ਅਤੇ ਆਪਸੀ ਫੁੱਟ ਕਰਕੇ ਪਟਨਾ ਕਈ ਵਾਰ ਡਿੱਗੇਗਾ ਤੇ ਉਸਰੇਗਾ। ਕਈ ਵਾਰ ਪਟਨਾ ਢਹਿ ਢੇਰੀ ਹੁਆ ਪਰ ਫਿਰ ਉੱਠ ਖਲੋਤਾ। ਇਸ ਲਈ ਇਸ ਦੇ ਕਈ ਨਾਂ ਵੀ ਹੋਏ। 22 ਨਾਂ ਪਟਨਾ ਦੇ ਪਏ। ਯੂਨਾਨੀਆਂ ਇਸ ਦਾ ਨਾਂ ਪਾਲੀ ਪੋਥਰਾ ਰੱਖਿਆ। ਪੁਸ਼ਪਪੁਰ, ਕੁਸ਼ਮਪੁਰ, ਕੁਸ਼ਾਮਵਤੀ, ਮੋਰਿਆ ਨਗਰ, ਪਟਲਾ ਅਤੇ ਪਾਟਲੀ ਪੁੱਤਰ ਕਰਕੇ ਵੀ ਜਾਣਿਆ ਜਾਂਦਾ ਰਿਹਾ। ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਇਸ ਨੂੰ ਪਟਨਾ ਹੀ ਕਹਿੰਦੇ ਸਨ। ਪਟਨਾ ਸ਼ਹਿਰ ਵਿਖੇ ਭਵਲਿਓ ਮਹਾਰਾਜ ਦਾ ਆਪਣਾ ਫਰਮਾਨ ਹੈ। ਮੁਗਲਾਂ ਦਾ ਜ਼ੋਰ ਪੈ ਜਾਣ ਨਾਲ ਕੁਝ ਚਿਰ ਅਜੀਮਾਬਾਦ ਵੀ ਕਹਿਲਾਇਆ ਪਰ ਪ੍ਰਸਿੱਧ ਨਾਂ ਪਟਨਾ ਹੀ ਰਿਹਾ। 16ਵੀਂ ਸਦੀ ਦੇ ਅਖੀਰ ਵਿੱਚ ਇੱਕ ਯੂਰਪੀ ਸੈਨਾਨੀ ਰੌਲਫ ਨੇ ਪਟਨਾ ਬਾਰੇ ਲਿਖਿਆ ਸੀ ਕਿ ਸ਼ਾਮ ਨੂੰ ਜਦ ਆਕਾਸ਼ ਵਿੱਚ ਸਿਤਾਰੇ ਚਮਕਦੇ ਹਨ ਅਤੇ ਪਾਟਲੀਪੁੱਤਰ ਨਿਵਾਸੀਆਂ ਦੇ ਛੱਜਿਆਂ ਤੇ ਲੱਗੇ ਪਾਟਲ ਦੇ ਸਫੇਦ ਫੁੱਲ ਖਿੜ ਉੱਠਦੇ ਹਨ ਅਤੇ ਇੱਥੋਂ ਦੇ ਬਾਜ਼ਾਰਾਂ ਵਿੱਚ ਸੋਨਾ, ਚਾਂਦੀ ਅਤੇ ਬਰਤਨਾਂ ਨਾਲ ਸਜੀ ਦੁਕਾਨਾਂ ਚਮਕਣ ਲੱਗਦੀਆਂ ਹਨ ਤਾਂ ਇਹ ਕਹਿਣਾ ਕਠਿਨ ਹੋ ਜਾਂਦਾ ਹੈ ਕਿ ਇਹ ਸੁੰਦਰ ਲੋਕ ਹੈ ਜਾਂ ਸੋਹਣਾ ਸਰਲੋਕ। ਪੂਰੇ 80 ਸਾਲ ਪਿੱਛੋਂ ਸੱਚਮੁੱਚ ਇਸ ਪਟਨੇ ਸਰਲੋਕ ਦਾ ਵਾਸੀ ਆਇਆ, ਜਿਸ ਧਰਤੀ ਤੇ ਹੀ ਸਵਰਗ ਬਣਾਉਣ ਦਾ ਐਲਾਨ ਕੀਤਾ। ਭਾਈ ਗੁਰਦਾਸ ਜੀ ਦੂਜੇ ਦੇ ਸ਼ਬਦਾਂ ਵਿੱਚ ਤਹਿ ਨਿਰਭਉ ਰਾਜ ਕਮਾਇਨ ਸੱਚ ਅਦਲ ਚਲਾਏ, ਇਉਂ ਕਲਯੁਗ ਮੈਂ ਅਵਤਾਰ ਧਾਰ ਸਤਜੁਗ ਵਰਤਾਏ। ਪੋਹ ਸੁਦੀ 7ਵੀਂ ਨੂੰ ਅਵਤਾਰ ਲਿਆ ਤਾਂ ਕਿ ਹੁਣ ਜਗਤ ਨੂੰ ਵਿਖਿਆ ਪੋਹ ਨਾ ਸਕੇ। 6 ਸਾਲ ਪਟਨਾ ਸਵਰਗ ਹੀ ਬਣਿਆ ਰਿਹਾ। ਮਾਮਾ ਕਿਰਪਾਲ ਚੰਦ ਜੀ ਪੂਰੀ ਰਾਖੀ ਕਰ ਰਹੇ ਸਨ। ਭਾਈ ਦਿਆਲਾ ਜੀ ਸਾਰੇ ਪ੍ਰਬੰਧ ਨੂੰ ਦੇਖ ਰਹੇ ਸਨ। ਭਾਈ ਰਾਮ ਰਾਏ ਅਤੇ ਭਾਈ ਦਰਬਾਰੀ ਜੀ ਗੁਰੂ ਅਤੇ ਪਰਿਵਾਰ ਦੀ ਸੰਭਾਲ ਲਈ ਦਿਨ ਰਾਤ ਜੁਟੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਆਪਣੇ ਹੁਕਮਨਾਮੇ ਵਿੱਚ ਕਈ ਹੋਰ ਸਿੱਖਾਂ ਦੀ ਸੇਵਾ ਦਾ ਜ਼ਿਕਰ ਕੀਤਾ ਹੈ, ਉੱਥੇ ਇੱਕ ਮਾਈ ਬੇਬੇ ਪੇੜੀ ਬਾਈ ਦਾ ਵੀ ਜ਼ਿਕਰ ਕੀਤਾ ਹੈ। ਇਹ ਪੇੜੀ ਬਾਈ ਗੁਰੂ ਜੀ ਦੀ ਖਿਡਾਵੀਂ ਦਾ ਕੰਮ ਕਰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਇੱਕ ਹੋਰ ਦਾਈ ਲਾਡੋ ਦਾ ਵੀ ਨਾਂ ਆਇਆ ਹੈ। ਆਨੰਦਪੁਰ ਪੁੱਜ ਕੇ ਪਿੱਛੋਂ ਗੁਰੂ ਜੀ ਨੇ ਲਿਖਿਆ ਸੀ, ਭਾਈ ਰਾਮ ਰਾਏ ਦਾਈ ਲਾਡੋ ਗੁਰੂ ਰੱਖੇਗਾ। ਦਰਬਾਰੀ ਸ਼ੋਭਾ ਚੰਦ ਹਜੂਰ ਪਹੁੰਚੇ, ਮੇਰੀ ਖੁਸ਼ੀ ਹੈ ਨਿਹਾਲ ਹੋਏ।
ਬੰਸਾਵਾਲੀ ਨਾਮੇ ਨੇ ਇੱਕ ਹੋਰ ਦਾਈ ਬੂਪੀ ਦਾ ਵੀ ਨਾਂ ਲਿਖਿਆ ਹੈ। ਦਾਈ ਬੂਪੀ ਤਰੇਵਰ ਪਾਇਆ, ਸਿਰ ਸਦਕਾ ਕਰ ਅੱਤ ਵੱਡੀ ਮਾਇਆ। ਭੱਟ ਵਹੀ ਪੂਰਬੀ ਦੱਖਣੀ ਅਨੁਸਾਰ ਦਿਹਾੜਾ ਬੁੱਧ ਦਾ ਸੀ। ਢਲੀ रैन प्रकाश हुआ, माता नानकी जी ने गरीब गुरबे को दान दिया। रैन पई दीपमाला हुई, बड़ा कतूहल हुआ, काई वारा पार नहीं सी। राखी पूरी रखी जा रही सी। पटना दे सारे लोग ही आप जी नाल अथाह प्यार जता रहे सन। मामा किरपाल चंद जी तां कई वार भैण माता गुजरी जी नूं कहिंदे सन कि ओह आप ही गोबिंद रूप धार साडे घर आया है। ਭੀਖਣ ਸ਼ਾਹ ਦਾ ਆਉਣਾ। ਪੰਜਾਬ ਦੇ ਨਗਰ ਸਿਆਣਾ ਦੇ ਰਹਿਣ ਵਾਲੇ ਇੱਕ ਫਕੀਰ ਭੀਖਣ ਸ਼ਾਹ ਨੂੰ, ਜਿਸ ਨੂੰ ਅਸੀਂ ਭੀਖਣ ਸ਼ਾਹ ਕਹਿੰਦੇ ਹਾਂ, ਜਦ ਆਪਣੇ ਅਨੁਭਵ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਾਣਿਆ ਤਾਂ ਉਹਨਾਂ ਨਮਾਜ਼ ਪੱਛਮ ਦੀ ਥਾਂ ਪੂਰਬ ਵੱਲ ਉਤਾਰੀ। ਮਹਾਗੋਸ਼ ਦੇ ਲਿਖਣ ਅਨੁਸਾਰ ਭੀਖਣ ਸ਼ਾਹ ਦਾ ਜਨਮ ਸੈਯਦ ਕੁਲ ਵਿੱਚ ਪਿੰਡ ਸਿਆਣਾ, ਤਹਿਸੀਲ ਕੈਂਥਲ ਅਤੇ ਜ਼ਿਲ੍ਹਾ ਕਰਨਾਲ ਵਿਖੇ ਸਨ 1637 ਵਿੱਚ ਹੋਇਆ ਸੀ। ਇਹਨਾਂ ਦੇ ਬਜ਼ੁਰਗ ਘੁੜਾਮ ਰਹਿੰਦੇ ਸਨ, ਜਿਸ ਕਾਰਨ ਇਹਨਾਂ ਨੂੰ ਵੀ ਘੁੜਾਮ ਵਾਸੀ ਹੀ ਲਿਖਿਆ ਜਾਣ ਲੱਗ ਪਿਆ। ਉਂਝ ਆਪ ਜੀ ਨੇ ਆਪਣਾ ਟਿਕਾਣਾ ਠਸਕਾ ਰੱਖ ਲਿਆ ਸੀ। ਠਸਕਾ ਮੁਗਲ ਰਾਜ ਵੱਲੋਂ ਜਗੀਰ ਮਿਲੀ ਸੀ। ਆਪ ਜੀ ਕਿਉਂਕਿ ਸੈਯਦ ਮੀਰ ਸਨ, ਇਸ ਲਈ ਠਸਕਾ ਦਾ ਨਾਂ ਠਸਕਾ ਮੀਰ ਜੀ ਕਰਕੇ ਹੀ ਪ੍ਰਸਿੱਧ ਹੈ। ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਹੀ ਲਿਖਿਆ ਹੈ। ਪੁਰ ਘੜਾਮ ਵਿਖੇ ਹੂਤੋ ਸ਼ਾਹ ਭੀਖਣ ਜਹ ਨਾਮ, ਨਿਜ ਮੁਰਸ਼ਦ ਕੇ ਟਿਗ ਬਸਤ ਠਸਕੇ ਗ੍ਰਾਮ ਸੁਦਾਮ। ਆਪ ਜੀ ਦਾ ਸਤਿਕਾਰ ਇਲਾਕੇ ਵਿੱਚ ਬਹੁਤ ਸੀ। ਹਾਕਮ ਤੇ ਲੋਕ ਇਤਨਾ ਸਤਿਕਾਰ ਕਰਦੇ ਸਨ ਕਿ ਇੱਕ ਵਾਰ ਫਾਂਸੀ ਤੇ ਚੜਾਉਣ ਲਈ ਸਿਪਾਹੀ ਕੈਦੀ ਨੂੰ ਲਿਜਾ ਰਹੇ ਸਨ ਤਾਂ ਆਪ ਜੀ ਦੀ ਨਜ਼ਰ ਕੈਦੀ ਤੇ ਪਈ ਤਾਂ ਉਸ ਨੂੰ ਰਿਹਾ ਕਰਨ ਦਾ ਹੁਕਮ ਨਵਾਬ ਸਰਹੰਦ ਨੇ ਦੇ ਦਿੱਤਾ ਸੀ। ਇਹ ਵੀ ਯਾਦ ਰਹੇ ਕਿ ਖਵਾਜਾ ਅਬੂ ਅਬਦੁੱਲਾ ਚਿਸ਼ਤੀ ਤੋਂ ਸੂਫੀਆਂ ਦਾ ਸਿਲਸਿਲਾ ਆਰੰਭ ਹੋਇਆ ਸੀ ਅਤੇ ਖਵਾਜਾ ਮੁਈਨ ਉਦ ਦੀਨ ਚਿਸ਼ਤੀ ਦੇ ਵਸੀਲੇ ਨਾਲ ਹਿੰਦੁਸਤਾਨ ਆਇਆ ਸੀ। ਇਸ ਦੀਆਂ ਦੋ ਸ਼ਾਖਾਂ ਸਾਬਰੀ ਅਤੇ ਨਿਜ਼ਾਮੀ ਸਨ। ਨਿਜ਼ਾਮੀ ਦੇ ਨਿਰਮਾਤਾ ਨਿਜ਼ਾਮ ਉਦ ਔਲੀਆ ਤੇ ਸਾਬਰੀ ਦੇ ਹਜ਼ਰਤ ਅਲੀ ਅਹਿਮਦ ਸਾਬਰੀ ਸਨ। ਨਿਜ਼ਾਮੀ ਭਗਵੇਂ ਕੱਪੜੇ ਪਾਉਣ ਲੱਗ ਪਏ ਸਨ ਅਤੇ ਸਾਬਰੀ ਚਿੱਟੇ ਪਹਿਨਦੇ ਸਨ। ਇਹਨਾਂ ਵਿੱਚ ਵਿਰਾਗ, ਕੁਰਬਾਨੀ, ਇਸ਼ਕ, ਬਰਾਬਰੀ ਅਤੇ ਨਿਰਮਤਾ ਬਹੁਤ ਸੀ। ਸਾਬਰੀ ਸਿਲਸਿਲਾ ਦੇ ਹੀ ਮੁਖੀ ਸਨ। ਸ਼ਾਹ ਮੀਰਾ ਭੀਖ ਮਾਂ ਸਢੌਰਾ ਦੀ ਸੀ। 24 ਪਿੰਡ ਇਹਨਾਂ ਨੂੰ ਰੋਸ਼ਨ ਉਦ ਦੌਲਾ ਨੇ ਦਿੱਤੇ ਸਨ। ਘੁੜਾਮ ਵਿਖੇ ਸ਼ਾਹ ਜੀ ਦਾ ਦਰਗਾਹ ਕਿਲਾ ਨੁਮਾ ਹੈ। ਡਿਉਢੀ ਵਾਲਾ ਦਰਵਾਜ਼ਾ ਹੈ। ਇਹ ਡਿਉਢੀ 3 ਮੰਜ਼ਲੀ ਹੈ। ਹਰ ਮੰਜ਼ਲ ਦੇ ਦਰਸ਼ਨੇ ਬਰਾਮਦੇ ਹਨ। ਮਕਬਰਾ ਸ਼ਾਹ ਭੀਖ ਜੀ ਦਾ ਦਰਵਾਜ਼ੇ ਸਾਹਮਣੇ ਹੈ। ਭੀਖਣ ਸ਼ਾਹ ਉਸ ਜਲਵੇ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਤੋਂ ਪਟਨਾ ਵੱਲ ਚੱਲ ਪਏ। ਉਹਨਾਂ ਦਾ ਇੱਕ ਹੀ ਸੰਕਲਪ ਸੀ ਕਿ ਇਹ ਦੇਖਿਆ ਜਾਏ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨਾਂ ਵਿੱਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਹਨਾਂ 2 ਮਠਿਆਈਆਂ ਦੀਆਂ ਕੁੱਜੀਆਂ ਅਤੇ 2 ਕੁੱਜੇ, ਇੱਕ ਵਿੱਚ ਦੁੱਧ ਅਤੇ ਦੂਜੇ ਵਿੱਚ ਪਾਣੀ ਲੈ ਲਿਆ। ਮਠਿਆਈਆਂ ਦੀਆਂ ਕੁੱਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਅਤੇ ਪਾਣੀ ਵਾਲੇ ਕੁੱਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਅਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਿਸ਼ ਅਤੇ ਸ਼ਰ੍ਹਾ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਿਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ ਹੈ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਟਿਆਈ ਦਾ ਚਿੰਨ੍ਹ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈਆਂ ਦੀਆਂ ਕੁੱਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਪੁਰਖ ਭਗਵੰਤ ਨੇ ਆਪਣੇ ਦੋਵੇਂ ਕਰ ਕਮਲ ਦੋਵੇਂ ਕੁੱਜੀਆਂ ਤੇ ਰੱਖ ਦਿੱਤੇ। ਫਿਰ ਜਦ ਸ਼ਾਹ ਭੀਖਣ ਨੇ ਪਾਣੀ ਅਤੇ ਦੁੱਧ ਦੇ ਭਰੇ ਕੁੱਜੇ ਅੱਗੇ ਕੀਤੇ ਤਾਂ ਦਸ਼ਮੇਸ਼ ਪਿਤਾ ਨੇ ਪਾਵਨ ਚਰਨਾਂ ਨਾਲ ਦੋਵੇਂ ਹੀ ਡੋਲ ਦਿੱਤੇ। ਸਾਰੇ ਅਚਰਜ ਹੋ ਦੇਖਦੇ ਰਹੇ। ਸ਼ਾਹ ਭੀਖਣ ਨੇ ਅੱਗੇ ਵੱਧ ਚਰਨ ਚੁੰਮ ਲਏ। ਫਿਰ ਸ਼ਾਹ ਭੀਖਣ ਨੇ ਸਾਰੀ ਅਡੋਈ ਖੋਲ੍ਹਦੇ ਹੋਏ ਦੱਸਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ ਹੈ। ਇਹ ਧਰਮ ਤਾਂ ਕੁੱਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਬਦਕਿਸਮਤੀ ਹੀ ਇਹ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਅਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਸਾਰੀ ਜ਼ਿੰਦਗੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਅਤੇ ਮਸੀਤ, ਪੂਜਾ ਅਤੇ ਨਿਵਾਸ ਨੂੰ ਇੱਕ ਕਰ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਸਵਈਆ ਹੈ। ਦੇਹੂਰਾ ਮਸੀਤ ਸੋਈ, ਪੂਜਾ ਔਰ ਨਿਵਾਜ ਹੋਈ। ਮਾਨਸ ਸਭੇ ਏਕ ਪੈ, ਅਨੇਕ ਕੋ ਪਰਮਾਉ ਹੈ। ਦੇਵਤਾ ਅਦੇਵ ਜਛ, ਗੰਧਰਵ ਤੁਰਕ ਹਿੰਦੂ। ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।
एके नैन एके कान, एके देह एके बाण, खाक बाद आतिस ओ आब को रलाऊ है। अल्लाह अपेख सोई पुराण, ओ कुरान ओई एक ही स्वरूप सबे एक ही बनाऊ है। चोज। आप जी रोज़ ऐसे चोज कर रहे सन कि देखण वालिਆਂ ਦੇ ਮਨ ਤਾਂ ਮੋਹੇ ਹੀ ਜਾਂਦੇ ਸਨ, ਪਰ ਉਹਨਾਂ ਵਿੱਚ ਭਵਿੱਖ ਦੀ ਤਸਵੀਰ ਉਗੜ ਕੇ ਸਾਹਮਣੇ ਵੀ ਆ ਰਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਖੇਡ ਅਕਾਰਨ ਨਹੀਂ ਸੀ। ਉਦਾਹਰਣ ਵਜੋਂ ਜਦ ਉਹ ਗੰਗਾ ਕਿਨਾਰੇ ਜਾਂਦੇ ਤਾਂ ਆਪਣੇ ਚਰਨਾਂ ਨਾਲ ਯਾਤਰੂਆਂ ਤੇ ਇਸ਼ਨਾਨ ਕਰਦਿਆਂ ਦੇ ਗੜਵੇ ਖੋਲ੍ਹ ਦਿੰਦੇ। ਇਹ ਇੱਕ ਵਾਰੀ ਨਹੀਂ ਤਕਰੀਬਨ ਰੋਜ਼ ਹੀ ਕਰਦੇ। ਉਹ ਸਮਝਾ ਰਹੇ ਸਨ ਕਿ ਇਸ ਗੰਗਾ ਜਲ ਵਿੱਚ ਕੁਝ ਨਹੀਂ, ਸਭ ਕੁਝ ਅੰਤਰਾਤਮੇ ਹੈ। ਇਹਨਾਂ ਭਰਮਾਂ ਨੇ ਹੀ ਧਰਮਾਂ ਦੀ ਥਾਂ ਨਹੀਂ ਰਹਿਣ ਦਿੱਤੀ। ਕਈ ਉੱਚੀਆਂ ਸੁਰਤਾਂ ਵਾਲੇ ਤਾਂ ਜਾਣਗੇ, ਪਰ ਕਈਆਂ ਨੇ ਮਾਤਾ ਤੱਕ ਸ਼ਿਕਾਇਤਾਂ ਵੀ ਪੁਜਾਈਆਂ। ਇੱਕ ਪੁੱਜੀ ਹੋਈ ਆਤਮਾ ਸ਼ਿਵਦੱਤ ਨੇ ਗੰਗਾ ਕਿਨਾਰੇ ਉਹਨਾਂ ਵਿੱਚ ਰਾਮ ਹੀ ਡਿੱਠਾ ਸੀ। ਉਹ ਸਾਰੇ ਪਟਨੇ ਨੂੰ ਆਖ ਰਿਹਾ ਸੀ ਕਿ ਇਹ ਰਾਮ ਅਵਤਾਰ ਹਨ ਅਤੇ ਇਹ ਅੱਜ ਦੇ ਰਾਵਣ ਨੂੰ ਮਾਰਨ ਲਈ ਆਏ ਹਨ। ਹੁਣ ਜਦ ਦਸ਼ਮੇਸ਼ ਪਾਣੀ ਦਾ ਭਰਿਆ ਹੋਇਆ ਗੜਵਾ ਡੋਲ ਦਿੰਦੇ ਤਾਂ ਉਹ ਗੰਗਾ ਵਿੱਚ ਖਲੋਤਾ ਗੁਰੂ ਗੋਬਿੰਦ ਸਿੰਘ ਵੱਲ ਮੂੰਹ ਕਰਕੇ ਸਿਰ ਝੁਕਾ ਦਿੰਦਾ। ਇਸੇ ਤਰ੍ਹਾਂ ਕਈ ਬੱਚੇ ਉਹ ਆਪਣੇ ਨਾਲ ਲੈ ਕੇ ਜਾਂਦੇ ਅਤੇ ਦੋ ਢਾਣੀਆਂ ਬਣਾਉਂਦੇ ਅਤੇ ਜੰਗੀ ਖੇਡਾਂ ਕਰਦੇ। ਤੀਰ ਕਮਾਨ ਦੇ ਆਪੂ ਨਿਸ਼ਾਨੇ ਬਣਦੇ। ਕਈ ਵਾਰੀ ਦੋ ਦਲ ਬਣਾ ਕੇ ਇੱਕ ਦੀ ਅਗਵਾਈ ਆਪੂ ਕਰਦੇ ਅਤੇ ਦੂਜੇ ਦੀ ਕਿਸੇ ਦੂਜੇ ਹਾਣੀ ਨੂੰ ਦੇ ਕੇ ਟਾਕਰੇ ਕਰਵਾਉਂਦੇ। ਕਈ ਵਾਰ ਆਪੂ ਬੈਠ ਜਾਂਦੇ ਅਤੇ ਬੱਚਿਆਂ ਨੂੰ ਜੰਗਾ ਕਰਨ ਲਈ ਪ੍ਰੇਰਦੇ। ਫਤਿਹ ਪਾਉਣ ਵਾਲਿਆਂ ਨੂੰ ਮਾਤਾ ਅਤੇ ਮਾਮਾ ਜੀ ਕੋਲੋਂ ਇਨਾਮ ਦਿਲਵਾਉਂਦੇ। ਉਚੇਚੇ ਤੌਰ ਤੇ ਨਿੱਕੇ ਨਿੱਕੇ ਤੀਰ, ਤਲਵਾਰਾਂ ਅਤੇ ਢਾਲਾਂ ਬਣਵਾਈਆਂ ਗਈਆਂ। ਫਿਰ ਪਟਨਾ ਹੀ ਪੱਕਿਆਂ ਹੋਇਆਂ ਸੁਭਾਵਾਂ ਨੂੰ ਤੋੜਨ ਦਾ ਯਤਨ ਕਰਦੇ ਰਹੇ। ਹੀਣਤਾ ਇੱਥੋਂ ਤੱਕ ਲੋਕਾਂ ਦੇ ਹੀਏ ਵਿੱਚ ਧਸ ਚੁੱਕੀ ਸੀ ਕਿ ਬਹੁਤ ਵਡੇਰੇ ਅਤੇ ਸਾਰੇ ਬੱਚੇ ਜਦ ਵੀ ਕਿਸੇ ਹਾਕਮ ਜਾਂ ਨਵਾਬ ਦੀ ਸਵਾਰੀ ਲੰਘਦੀ ਤਾਂ ਉਹ ਸਿਰ ਝੁਕਾ ਕੇ ਸਲਾਮਾਂ ਕਰਦੇ। ਕਲਗੀਧਰ ਮਰਦ ਅਗੰਮੜੇ ਨੇ ਬੱਚਿਆਂ ਵਿੱਚ ਐਸੀ ਜੁਰਤ ਭਰ ਦਿੱਤੀ ਕਿ ਉਹ ਲੰਘਦੇ ਨਵਾਬਾਂ ਤੇ ਫੌਜਦਾਰਾਂ ਨੂੰ ਹੁਣ ਮੂੰਹ ਚੜਾਉਂਦੇ ਅਤੇ ਜਿੱਚ ਤੱਕ ਵੀ ਕਰ ਜਾਂਦੇ। ਕਈਆਂ ਪਿਆਦਿਆਂ ਨੇ ਬੱਚਿਆਂ ਨੂੰ ਡਰਾਇਆ ਵੀ, ਪਰ ਨਿਰਭੈ ਦੇ ਪਾਸ ਰਹਿ ਕੇ ਉਹਨਾਂ ਵਿੱਚ ਭੈ ਕਿਵੇਂ ਆ ਸਕਦਾ ਸੀ। ਲਿਖਿਆ ਹੈ ਕਿ ਪਟਨਾ ਦੇ ਕੁਝ ਮੁਖੀ ਗੁਰੂ ਬਾਲਕ ਦੇ ਚੋਜ ਦੇਖ ਚਿੰਤਾਤੁਰ ਹੋਏ ਅਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਖਿਆ ਕਿ ਬੇਟੇ ਨੂੰ ਸਮਝਾਉਣ। ਭੈ ਕਾਹੂ ਕੋ ਦੇਤ ਨਹਿ ਭੈ ਮਨ ਤਾਣ ਦਾ ਉਪਦੇਸ਼ ਦ੍ਰਿੜ ਕਰਨ ਵਾਲੇ ਦਾਤੇ ਨੇ ਮੋੜਵਾਂ ਹੁਕਮਨਾਮਾ ਪਟਨੇ ਦੀ ਸੰਗਤ ਦੇ ਨਾਂ ਲਿਖਿਆ, ਜਿਸ ਦੇ ਸ਼ਬਦ ਹਨ, ਜੋ ਗੋਬਿੰਦ ਕੀਆ ਭਲਾ ਕੀਆ, ਅਵਲ ਤੋਂ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ, ਘਰ ਆਏ ਹੀ ਬੈਠੇ ਤਾਂ ਪਵਾਂਦੀ ਦੇਣੀ, ਸਿਰਹਾਂਦੀ ਨਹੀਂ ਦੇਣੀ। ਮਾਤਾ ਗੁਜਰੀ ਨੇ ਚਾਅ ਨਾਲ ਚੋਜੀ ਪ੍ਰੀਤਮ ਲਈ ਸੋਨੇ ਦੇ 2 ਕੰਗਣ ਬਣਵਾਏ। ਜਦ ਸਰਬ ਲੋਹ ਦੀ ਰੱਛਿਆ ਹਮਨੇ ਕਹਿਣ ਤੇ ਮੰਗਣ ਵਾਲੇ ਨੇ ਇੱਕ ਕੰਗਣ ਗੰਗਾ ਵਿੱਚ ਸੁੱਟ ਦਿੱਤਾ। ਮਾਤਾ ਜੀ ਨੇ ਜਦ ਪੁੱਛਿਆ ਕਿ ਕੰਗਣ ਕਿੱਥੇ ਹੈ ਤਾਂ ਮਾਤਾ ਜੀ ਦੀ ਬਾਂਹ ਪਕੜ ਕੇ ਗੰਗਾ ਕਿਨਾਰੇ ਲੈ ਗਏ ਅਤੇ ਦੂਜਾ ਵੀ ਬਾਂਹ ਤੋਂ ਉਤਾਰ ਕੇ ਦੂਰ ਸੁੱਟ ਕੇ ਕਹਿਣ ਲੱਗੇ, ਮਾਂ ਉੱਥੇ। ਜਦ ਪਾਸ ਖਲੋਤੇ ਨੇ ਉਹ ਕਿਹਾ ਤਾਂ ਆਪ ਜੀ ਨੇ ਫਰਮਾਇਆ, ਇਨਹੂ ਕੜਿਓ ਤਿਉਂ ਜਾਵਣਾ ਹੀ ਥਾ, ਕੱਲ ਨਾ ਗਏ ਅੱਜ ਹੀ ਗਏ, ਜਾਣ ਵਾਲੀ ਵਸਤੂ ਦਾ ਪਛਤਾਵਾ ਕਾਹਦਾ। ਸਭ ਕੁਝ ਲੁਟਾ ਕੇ ਸ਼ੁਕਰ ਕਰਨ ਵਾਲਾ ਸਾਡੇ ਲਈ ਪੂਰਨੇ ਪਾ ਰਿਹਾ ਸੀ। ਫਤਿਹ ਚੰਦ ਮੈਣੀ ਗੋਤਰ ਦਾ ਇੱਕ ਜਗੀਰਦਾਰ ਸੀ। ਰਾਜਾ ਕਰਕੇ ਉਹ ਸਤਿਕਾਰਿਆ ਜਾਂਦਾ ਸੀ। ਉਸ ਨੇ ਆਪਣਾ ਇੱਕ ਬਾਗ ਲਗਵਾਇਆ ਹੋਇਆ ਸੀ। ਗੁਰੂ ਜੀ ਕਈ ਵਾਰੀ ਬਾਲਕਾਂ ਨੂੰ ਲੈ ਕੇ ਹੀ ਉੱਧਰ ਨਿਕਲ ਜਾਂਦੇ ਸਨ। ਉਸ ਦੀ ਰਾਣੀ ਰੋਜ਼ ਬਾਲਕਾਂ ਨੂੰ ਆਪਣੇ ਮਹਿਲਾਂ ਵੱਲੋਂ ਲੰਘਦਾ ਦੇਖਦੀ। ਉਹ ਵੀ ਉਹਨਾਂ ਦੀ ਸੋਹਣੀ ਸੁਰਤ ਵੱਲ ਖਿੱਚੀ ਹੀ ਗਈ। ਇੱਕ ਵਾਰੀ ਉਸ ਨੂੰ ਇਹ ਸੋਚ ਫੁਰੀ ਕਿ ਐਸਾ ਬਾਲਕ ਉਸਦੇ ਘਰ ਵੀ ਖੇਡੇ। ਅੰਤਰਜਾਮੀ ਸਾਰੇ ਬਾਲਕਾਂ ਨੂੰ ਲੈ ਕੇ ਉਸਦੇ ਮਹਿਲਾਂ ਵਿੱਚ ਜਾ ਵੜੇ ਅਤੇ ਰਾਣੀ ਦੀ ਝੋਲੀ ਵਿੱਚ ਬੈਠ ਮਾਂ ਕਿਹਾ ਅਤੇ ਬੱਚਿਆਂ ਨੂੰ ਜੋ ਕੁਝ ਤਿਆਰ ਸੀ ਦੇਣ ਲਈ ਫਰਮਾਇਆ। ਕਹਿੰਦੇ ਹਨ ਕਿ ਉਸ ਸਮੇਂ ਉਬਲੇ ਹੋਏ ਛੋਲੇ ਤਿਆਰ ਸਨ। ਸਾਰਿਆਂ ਨੇ ਉਹੀ ਹੀ ਖਾਧੇ। ਫਿਰ ਤਾਂ ਇਹ ਨਿੱਤ ਦਾ ਹੀ ਕਰਮ ਬਣ ਗਿਆ ਅਤੇ ਛੋਲਿਆਂ ਨਾਲ ਦੁੱਧੀ ਪੂੜੀਆਂ ਵੀ ਬਾਲਕਾਂ ਨੂੰ ਮਿਲਦੀਆਂ ਰਹੀਆਂ। ਜਦ ਮਾਤਾ ਗੁਜਰੀ ਨੇ ਕਿਹਾ, ਇੱਕ ਪੁੱਤ ਅਤੇ 2 ਮਾਵਾਂ ਕਿਵੇਂ, 2 ਗੋਦਾਂ ਵਿੱਚ ਇੱਕ ਕਿਵੇਂ ਖੇਡੇਗਾ, ਤਾਂ ਸਰਬ ਪਾਲਕ ਨੇ ਕਿਹਾ, ਜਿਵੇਂ 2 ਅੱਖਾਂ ਵਿੱਚ ਇੱਕ ਨਜ਼ਰ, 2 ਸਰੋਵਰਾਂ ਵਿੱਚ ਇੱਕ ਚੰਦ। ਕਈ ਵਾਰ ਖੇਡਦੇ ਖੇਡਦੇ ਜਗਤ ਸੇਠ, ਰਲਾ ਸੇਠ, ਮਾਧੋ ਸੇਠ ਦੇ ਘਰਾਂ ਵਿੱਚ ਵੀ ਚਲੇ ਜਾਂਦੇ। ਇੱਕ ਕੋੜੀ ਰੋਜ਼ ਰਾਹ ਮੱਲ ਖਲੋਂਦਾ ਸੀ। ਆਪ ਜੀ ਹੱਥੀਂ ਸੇਵਾ ਕਰਦੇ ਅਤੇ ਰਹਿਮਤਾਂ ਕਰਕੇ ਨਵਾਂ ਨਰੋਆ ਕੀਤਾ। ਜਿਸ ਹਵੇਲੀ ਵਿੱਚ ਆਪ ਜੀ ਰਹਿੰਦੇ ਸਨ ਉੱਥੇ ਇੱਕ ਖੂਹ ਸੀ। ਜਦ ਘੜੇ ਭਰਨ ਲਈ ਔਰਤਾਂ ਪੁੱਜਦੀਆਂ ਤਾਂ ਆਪ ਜੀ ਗੁਲੇਲ ਨਾਲ ਘੜੇ ਫੋੜ ਦਿੰਦੇ। ਮਾਤਾ ਜੀ ਨੇ ਪਿੱਤਲ ਦੀਆਂ ਗਾਗਰਾਂ ਬਣਵਾ ਦਿੱਤੀਆਂ ਤਾਂ ਆਪ ਜੀ ਨੇ ਤੀਰ ਕਮਾਨਾਂ ਨਾਲ ਛੇਕ ਕਰ ਦਿੱਤੇ। ਮਾਤਾ ਜੀ ਨੇ ਨਿੱਤ ਦਾ ਝਗੜਾ ਦੇਖ ਖੂਹ ਹੀ ਖਾਰਾ ਹੋ ਜਾਣ ਦੀ ਅਰਦਾਸ ਕੀਤੀ। ਕਰਨਾ ਪਾਤਸ਼ਾਹ ਦਾ ਕਿ ਖੂਹ ਹੀ ਖਾਰਾ ਹੋ ਗਿਆ।
ਗੁਲੇਲਾਂ ਅਤੇ ਤੀਰ ਕਮਾਨਾਂ ਤੋਂ ਡਰਨ ਵਾਲਿਆਂ ਲਈ ਇਹ ਜਲ ਖਾਰਾ ਹੀ ਹੈ। ਜਗਤ ਸੇਠ ਵੀ ਪਿਆਰ ਵਿੱਚ ਖੀਵਾ ਹੁੰਦਾ ਰਿਹਾ। ਨਵਾਬ ਰਹੀਮ ਬਖਸ਼ ਤਾਂ ਮੁਰੀਦ ਹੀ ਬਣ ਗਿਆ। ਗੱਲ ਕੀ ਹਿੰਦੂ ਮੁਸਲਮਾਨ, ਰਾਜਾ ਪਰਜਾ, ਨਵਾਬ ਅਤੇ ਪੀਰ ਸਭ ਉਹਨਾਂ ਵਿੱਚ ਪਰਮਾਤਮਾ ਅਤੇ ਅੱਲਾ ਦਾ ਨੂਰ ਹੀ ਦੇਖਦੇ ਸਨ। ਇਸ ਤਰ੍ਹਾਂ 6 ਸਾਲ ਗੁਜ਼ਰ ਗਏ। ਉੱਧਰ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਪੁੱਜਣ ਨਾਲ ਲੋਕਾਂ ਨੂੰ ਧਰਵਾਸ ਮਿਲਿਆ। ਔਰੰਗਜ਼ੇਬ ਆਪੂ ਤਬਲੀਗ ਦੇ ਕੰਮ ਨੂੰ ਦੇਖ ਰਿਹਾ ਸੀ, ਪਰ ਗੁਰੂ ਜੀ ਦੇ ਪੰਜਾਬ ਵਿੱਚ ਹੋਣ ਕਾਰਨ ਉਸ ਨੂੰ ਇਸ ਪਾਸੇ ਬਹੁਤੀ ਕਾਮਯਾਬੀ ਨਾ ਮਿਲੀ। ਸਿਆਰ ਉਲ ਮੁਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ ਸਿੱਖਾਂ ਦੀ ਜਥੇਬੰਦੀ ਇਤਨੀ ਮਜ਼ਬੂਤ ਹੋ ਰਹੀ ਸੀ ਕਿ ਪੂਰਾ ਸ਼ੱਕ ਹੋ ਗਿਆ ਸੀ ਕਿ ਜਥੇਬੰਦੀ ਹਕੂਮਤ ਦੇ ਮਨਸੂਬਿਆਂ ਵਿੱਚ ਰੋਕ ਪਾਵੇਗੀ। ਗੁਰੂ ਜੀ ਪੰਜਾਬ ਦੇ ਸੂਫੀ ਸੰਤਾਂ ਅਤੇ ਖੁੱਲ੍ਹੇ ਸੁਭਾਵਾਂ ਵਾਲੇ ਮੁਸਲਮਾਨਾਂ ਨਾਲ ਵੀ ਸਾਂਝ ਬਣਾ ਰਹੇ ਸਨ। ਗੁਰੂ ਜੀ ਦੇ ਹੁਕਮਨਾਮਿਆਂ ਵਿੱਚੋਂ ਸੈਫਦੀਨ ਪਟਿਆਲੇ ਵਾਲੇ ਦਾ ਨਾਂ ਕਈ ਵਾਰੀ ਆਇਆ ਹੈ। ਆਰਿਫਦੀਨ ਮੌਲੇ ਸ਼ਾਹ ਦਾ ਨਾਂ ਵੀ ਸਿੱਖ ਇਤਿਹਾਸ ਨੇ ਲਿਖਿਆ ਹੈ। ਸਰਕਾਰੀ ਕਰਮਚਾਰੀ ਗੁਰੂ ਜੀ ਦੇ ਦੌਰਿਆਂ ਨੂੰ ਰਾਜ ਸ਼ਾਸਨ ਵਿਰੁੱਧ ਦੱਸ ਕੇ ਔਰੰਗਜ਼ੇਬ ਨੂੰ ਭੜਕਾਊ ਰਿਪੋਰਟਾਂ ਭੇਜ ਰਹੇ ਸਨ। ਔਰੰਗਜ਼ੇਬ ਨੂੰ ਕੇਵਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੀ ਨਜ਼ਰ ਆ ਰਹੀ ਸੀ, ਜਿਸ ਦਾ ਅਸਰ ਸਾਰੇ ਹਿੰਦੁਸਤਾਨ ਤੇ ਪੈ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਨੇ ਸਾਰੇ ਪੰਜਾਬ ਵਿੱਚ ਨਵਾਂ ਸਾਹਸ ਭਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਜਦ ਪੰਜਾਬ ਦੀ ਹੋਰ ਵਿਗੜਦੀ ਦਸ਼ਾ ਦੇਖੀ ਤਾਂ ਬਾਲਕ ਗੁਰੂ ਨੂੰ ਪਾਸ ਬੁਲਾਉਣਾ ਹੀ ਠੀਕ ਸਮਝਿਆ। ਆਗਿਆ ਭੇਜੀ ਕਿ ਉਹ ਛੇਤੀ ਪੰਜਾਬ ਮੁੜਨ। ਦੂਜੇ ਭਾਂਤ ਭਾਂਤ ਦੀ ਸਿੱਖਿਆ ਦੇਣ ਲਈ ਉਹ ਗੁਰੂ ਜੀ ਨੂੰ ਕੁਝ ਚਿਰ ਕੋਲ ਰੱਖਣਾ ਜ਼ਰੂਰੀ ਸਮਝਦੇ ਸਨ। ਭਾਗ ਤੀਜਾ, ਪਟਨਾ ਤੋਂ ਆਨੰਦਪੁਰ। ਵਿਦਾਇਗੀ। ਪਟਨਾ ਨਿਵਾਸੀਆਂ ਨੇ ਜਦ ਚੋਜੀ ਬਾਲਕ ਦਾ ਪੰਜਾਬ ਜਾਣਾ ਸੁਣਿਆ ਤਾਂ ਵਿਜੋਗ ਦੀ ਮੂਰਤ ਹੀ ਬਣ ਗਏ। ਇਵੇਂ ਜਿਵੇਂ ਨੀਰ ਤਜੇ ਸਫਰੀ ਦੀ ਹਾਲਤ ਹੁੰਦੀ ਹੈ। ਕਹਿੰਦੇ ਹਨ ਕਿ ਜਗਤ ਸੇਠ ਅਤੇ ਰਹੀਮ ਬਖਸ਼ ਨੇ ਤਰਲੇ ਵੀ ਕੀਤੇ, ਪਰ ਗੁਰੂ ਜੀ ਨੇ ਆਗਿਆ ਦੀ ਗੱਲ ਆਖ ਕੇ ਤਿਆਰੀਆਂ ਕਰ ਲਈਆਂ। ਪਾਤਸ਼ਾਹ ਨੇ ਇੱਕ ਕਟਾਰ, ਤਲਵਾਰ ਅਤੇ ਪੋਸ਼ਾਕ ਦਿੱਤੀ ਤਾਂ ਕਿ ਉਸ ਦਾ ਧਿਆਨ ਜੁੜਿਆ ਰਹੇ। ਨਾਲ ਇਹ ਵੀ ਫਰਮਾਇਆ ਕਿ ਜਦ ਵੀ ਛੋਲੇ ਅਤੇ ਦੋਧੀ ਪੂਰੀਆਂ ਬੱਚਿਆਂ ਨੂੰ ਬਿਠਾਲ ਕੇ ਖਿਲਾਉਂਗੇ, ਉਹਨਾਂ ਵਿੱਚ ਬੈਠਾ ਖਾਂਦਾ ਮੈਨੂੰ ਹੀ ਪ੍ਰਤੀਤ ਕਰੋਗੇ। ਕਿਰਪਾਨ ਅਕਾਲ ਪੁਰਖ ਦੀ ਹੀ ਚਿੰਨ੍ਹ ਹੈ ਅਤੇ ਪ੍ਰਤੱਖ ਦਰਸ਼ਨ, ਸੇਵਾ ਅਤੇ ਪਾਠ ਨਾਲ ਹੋ ਜਾਂਦੇ ਹਨ। ਰਹੀਮ ਬਖਸ਼ ਨੂੰ ਵਰ ਦਿੰਦੇ ਹੋਏ ਕਿਹਾ ਕਿ ਜਪ ਸਾਹਿਬ ਦੇ ਪਾਠ ਸਮੇਂ ਉਹ ਉਸ ਦੇ ਕੋਲ ਹੀ ਹੋਣਗੇ। ਸ਼ਿਵ ਦੱਤ ਨੂੰ ਰੋਜ਼ ਅੰਮ੍ਰਿਤ ਵੇਲੇ ਪ੍ਰਤੱਖ ਦਰਸ਼ਨ ਦੇਣ ਦੀ ਦਾਤ ਮਿਲ ਗਈ। ਜਗਤ ਸੇਠ ਦੀ ਮੁਕਤੀ ਅਤੇ ਭਗਤੀ ਦਾ ਵਰ ਦਿੱਤਾ। ਜਦ ਸਾਰੀ ਸੰਗਤ ਨੇ ਬੇਨਤੀ ਕੀਤੀ ਤਾਂ ਆਪ ਜੀ ਨੇ ਪਟਨਾ ਨਿਵਾਸੀਆਂ ਤੇ ਬਖਸ਼ਿਸ਼ਾਂ ਕਰਦੇ ਹੋਏ ਫਰਮਾਇਆ, ਜੋ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰ ਹੋਵੇਗਾ, ਆਸਾ ਦੀ ਵਾਰ ਸੁਣੇਗਾ, ਉਸ ਨੂੰ ਮੰਦਰ ਵਿੱਚ ਹੀ ਦਰਸ਼ਨ ਹੋਣਗੇ। ਪਟਨਾ ਨਿਵਾਸੀਆਂ ਦੀ ਹਾਲਤ ਬਾਰੇ ਗੁਰੂ ਬਿਲਾਸ ਵਿੱਚ ਲਿਖਿਆ ਹੈ ਕਿ ਕਈ ਦਿਨ ਨਗਰ ਵਾਸੀਆਂ ਦਾ ਮਨ ਉਚਾਟ ਰਿਹਾ। ਮਨ ਤੋਂ ਗਿਆ ਕਿਰਪਾ ਨਿਧ ਸੰਗਾ, ਕੌਣ ਕਰੇ ਕਾਰਜ ਮਨ ਰੰਗਾ। ਪਟਨਾ ਤੇ ਨੇੜੇ ਦੀਆਂ ਸੰਗਤਾਂ ਨੇ ਗੁਰੂ ਜੀ ਲਈ ਜੋ ਸਨੇਹ ਦੱਸੀ ਰੱਖਿਆ, ਉਸ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਮਿਲਦਾ ਹੈ। ਸਨੇਹ ਨਾਲ ਸਾਹਸ ਵੀ ਉਹ ਦਿਖਾ ਰਹੇ ਸਨ। ਜਦ ਪਟਨਾ ਦਾ ਇਲਾਕਾ ਔਰੰਗਜ਼ੇਬ ਦੇ ਪੋਤਰੇ ਅਜੀਮ ਉਲ ਸ਼ਾਨ ਦੇ ਹਵਾਲੇ ਹੋਇਆ ਤਾਂ ਉਸ ਦੇ ਲਸ਼ਕਰ ਵਿੱਚ ਪਟਨਾ ਦੇ ਲੋਕੀ ਸ਼ਾਮਲ ਵੀ ਹੋਏ ਅਤੇ ਕੁਝ ਰੁਜ਼ਗਾਰ ਲਈ ਪੁੱਜੇ ਤਾਂ ਉਹਨਾਂ ਹਰ ਪ੍ਰਕਾਰ ਦੀ ਸਹਾਇਤਾ ਨਿਰਭੈ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੀ। ਇੱਥੋਂ ਤੱਕ ਕਿ ਗੁਰੂ ਜੀ ਨੇ ਸ਼ਹਿਜ਼ਾਦੇ ਅਜੀਮ ਦੇ ਲਸ਼ਕਰ ਨੂੰ ਸੰਗਤ ਦੇ ਨਾਂ ਨਾਲ ਹੀ ਯਾਦ ਕੀਤਾ। ਹੁਕਮਨਾਮੇ ਦੇ ਸ਼ਬਦ ਹਨ: ਭਾਈ ਹੁਕਮ ਸਿੰਘ ਜੀ, ਮਤੀ ਦਾਸ, ਸਰਬੱਤ ਸੰਗਤ ਸ਼ਹਿਜ਼ਾਦਾ ਅਜੀਮ ਦੇ ਲਸ਼ਕਰ ਲਈ ਗੁਰੂ ਰੱਖੇਗਾ। 100 ਤੋਲਾ ਸੋਨਾ ਫਰਮਾਇਸ਼ ਕਰ ਭੇਜਣਾ। ਗੁਰੂ ਸੰਗਤ ਕੇ ਰੁਜ਼ਗਾਰ ਅੰਦਰ ਬਰਕਤ ਕਰੇਗਾ। ਸਾਵਣ 24 ਸੰਮਤ 1751 ਬਿਕਰਮੀ। ਮਾਈ ਨੇ ਸਾਰੀ ਜ਼ਿੰਦਗੀ ਦੀ ਕਮਾਈ ਸੰਗਤ ਦੀ ਸੇਵਾ ਤੇ ਲਾ ਦਿੱਤੀ। ਜਿਸ ਹਾਂਡੀ ਵਿੱਚ ਉਸ ਗੁਰੂ ਜੀ ਲਈ ਖਿਚੜੀ ਬਣਾਈ, ਉਹ ਮਾਈ ਨੇ ਸਾਂਭ ਕੇ ਰੱਖੀ ਅਤੇ ਉਸ ਦਾ ਘਰ ਧਰਮਸ਼ਾਲ ਬਣ ਗਿਆ ਅਤੇ ਹਾਂਡੀ ਵਾਲੀ ਸੰਗਤ ਕਰਕੇ ਸਥਾਨ ਪ੍ਰਸਿੱਧ ਹੋਇਆ। ਦਾਨਾਪੁਰ ਹੀ ਗੁਰੂ ਹਰ ਰਾਏ ਜੀ ਲੰਮੇ ਸਮੇਂ ਤੋਂ ਇੱਕ ਭਗਤ ਗਿਰੀ, ਜੋ ਪਹਿਲਾਂ ਬੁੱਧ ਧਰਮ ਦਾ ਪ੍ਰਚਾਰ ਕਰਦਾ ਸੀ, ਗੁਰੂ ਜੀ ਦੀ ਸੰਗਤ ਨਾਲ ਸਿੱਖੀ ਪ੍ਰਚਾਰ ਕਰਨ ਲੱਗਾ, ਆ ਕੇ ਮਿਲਿਆ। ਦਾਨਾਪੁਰ ਤੋਂ ਆਰਾ, ਡੁਮਰਾ ਜੰਕਸ਼ਨ, ਬਕਸਰ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਛੋਟਾ ਮਿਰਜ਼ਾਪੁਰ ਅੱਪੜੇ। 4 ਦਿਨ ਛੋਟਾ ਮਿਰਜ਼ਾਪੁਰ ਟਿਕਾਣਾ ਰੱਖਿਆ ਤੇ ਉੱਥੋਂ ਕਾਸ਼ੀ ਆਏ। ਬਨਾਰਸ ਗੁਰੂ ਜੀ ਦਾ ਆਉਣਾ ਸੁਣ ਕੇ ਸੰਗਤਾਂ ਦੂਰ ਨੇੜੇ ਤੋਂ ਦਰਸ਼ਨਾਂ ਲਈ ਆਈਆਂ। ਬਨਾਰਸ ਦੀ ਸੰਗਤ ਕਾਫੀ ਪ੍ਰਸਿੱਧ ਸੀ। ਭਾਈ ਜਵੇਰੀ ਮੱਲ ਉਹਨਾਂ ਵਿੱਚ ਸਿੱਖੀ ਮਰਿਆਦਾ ਦਾ ਪ੍ਰਚਾਰ ਕਰ ਰਹੇ ਸਨ। ਬਨਾਰਸ ਦੀ ਸੰਗਤ ਨੂੰ ਹੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ ਸੀ। ਉੱਥੋਂ ਹੀ ਜੌਨਪੁਰ ਦੀ ਸੰਗਤ ਵੀ ਆਈ।
ਭਾਈ ਗੁਰਦਾਸ ਜੀ ਜਦ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਸਭ ਤੋਂ ਪਹਿਲਾਂ ਜੌਨਪੁਰ ਦੀ ਸੰਗਤ ਕਾਇਮ ਕੀਤੀ। ਪਿੱਛੋਂ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਉਹਨਾਂ ਇੱਕ ਮਿਰਦੰਗ ਇਸ ਸੰਗਤ ਨੂੰ ਬਖਸ਼ੀ ਸੀ। ਜੌਨਪੁਰ ਦੀ ਸੰਗਤ ਦਾ ਨਾਂ ਹੀ ਮਿਰਦੰਗ ਵਾਲੀ ਸੰਗਤ ਪੈ ਗਿਆ ਸੀ। ਭਾਈ ਗੁਰਬਖਸ਼ ਸਿੰਘ ਜੀ ਸਿੱਖਾਂ ਸਮੇਤ ਬਨਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਏ। ਜਦ ਬਨਾਰਸ ਦੇ ਕੁਝ ਪੰਡਤਾਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਗੁਰੂ ਕਿਉਂ ਦਾਨ ਲੈਂਦੇ ਹਨ ਜਦੇ ਕਿ ਇਹ ਹੱਕ ਤਾਂ ਬ੍ਰਾਹਮਣਾਂ ਦਾ ਹੈ, ਤਾਂ ਦਸ਼ਮੇਸ਼ ਪਿਤਾ ਜੀ ਨੇ ਕਿਹਾ ਕਿ ਇਹ ਕੋਈ ਨਿਰਭੈ ਜਾਂ ਲਾਲਚ ਵਿੱਚ ਦਿੱਤਾ ਦਾਨ ਨਹੀਂ, ਦੇਣ ਦੀ ਰੁਚੀ ਪੈਦਾ ਕਰਨ ਲਈ ਹੈ ਅਤੇ ਫਿਰ ਇਹ ਲੋਕਾਂ ਦਾ ਹੈ ਅਤੇ ਲੋਕਾਂ ਤੇ ਹੀ ਲੱਗਦਾ ਹੈ। ਜਲ ਵਾਂਗ ਹੈ, ਬੂਟਾ ਜਲ ਲੈਂਦਾ ਹੈ ਅਤੇ ਦੇਣ ਦਾ ਮਿੱਠਾ ਫਲ ਹੈ। ਬਨਾਰਸ ਤੋਂ ਆਪ ਜੀ ਪ੍ਰਯਾਗ ਅਤੇ ਫਿਰ ਅਯੋਧਿਆ ਪੁੱਜੇ। ਪ੍ਰਯਾਗ 10 ਦਿਨ ਵਿਸ਼ਰਾਮ ਕੀਤਾ ਸੀ। ਅਯੋਧਿਆ ਲਾਗੇ ਹੀ ਭਾਈ ਬਿਧੀ ਚੰਦ ਅਤੇ ਸੁੰਦਰ ਸ਼ਾਹ ਦੀ ਇਕੱਠੀ ਸਮਾਧ ਤੇ ਕਬਰ ਸੀ। ਅਯੋਧਿਆ ਦਰਸ਼ਨਾਂ ਲਈ ਉਮੜ ਪਈ। ਸ਼੍ਰੀ ਗੁਰੂ ਕੇ ਦਰਸ਼ਨ ਕੀ ਧਾਰੀ, ਉਮੜ ਔਦ ਪੁਰੀ ਬਰਸਾਰੀ। ਉੱਥੋਂ ਆਪ ਜੀ ਲਖਨਊ ਪੁੱਜੇ। ਭਗਤ ਭਗਵਾਨ ਨੇ ਬਹੁਤ ਸਤਿਕਾਰ ਕੀਤਾ। ਆਪ ਜੀ ਇੱਕ ਅੰਦਾਜ਼ੇ ਮੁਤਾਬਕ ਲਖਨਊ 2 ਮਹੀਨੇ ਰਹੇ। ਟੁਰਦੀ ਵਾਰੀ ਆਪ ਜੀ ਨੇ ਭਗਤ ਭਗਵਾਨ ਨੂੰ ਇੱਕ ਤਲਵਾਰ ਬਖਸ਼ੀ। ਲਖਨਊ ਵਿੱਚ ਵੀ ਸੰਗਤ ਬਣ ਗਈ। ਲਖਨਊ ਤੋਂ ਆਪ ਜੀ ਕਾਨਪੁਰ ਅਤੇ ਬਠੂਰ ਗਏ। ਬਠੂਰ ਇੱਕ ਪੁਰਾਤਨ ਬੀੜ ਵੀ ਹੈ ਜਿਸ ਤੇ ਗੁਰੂ ਜੀ ਦੀ ਮੋਹਰ ਛਾਪ ਹੈ। ਬਠੂਰ ਤੋਂ ਕਨੌਜ ਪੁੱਜੇ। ਕਨੌਜ ਹੀ ਸੰਸਾਰ ਪ੍ਰਸਿੱਧ ਮਦਾਰ ਦੀ ਕਬਰ ਹੈ। ਉੱਥੋਂ ਹੀ ਪਿੱਛੋਂ ਮਦਾਰ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਆਇਆ ਸੀ। ਉੱਥੋਂ 84 ਟੁੰਡਲਾ ਅਤੇ ਆਗਰਾ ਪੁੱਜੇ। ਔਰੰਗਜ਼ੇਬ ਉਸ ਸਮੇਂ ਆਗਰਾ ਨਹੀਂ ਸੀ। ਆਗਰੇ ਤੋਂ ਜਦ ਮਥੁਰਾ ਆਏ ਤਾਂ ਬਿਰਜ ਲਾਲ ਚੋਬੇ ਨੇ ਸਤਿਕਾਰ ਕੀਤਾ। ਬ੍ਰਿੰਦਾਵਨ ਅਤੇ ਅਲੀਗੜ੍ਹ ਹੁੰਦੇ ਹੋਏ ਹਰਿਦੁਆਰ ਕਣਖਲ ਗਏ। ਗੁਰੂ ਅਮਰਦਾਸ ਜੀ ਦੇ ਸਥਾਨ ਤੇ ਵੀ ਕੁਝ ਚਿਰ ਟਿਕੇ। ਉੱਥੋਂ ਸੰਬਲਪੁਰ, ਭਗਵਾਨਪੁਰ, ਬੁੜੀਏ ਪੁੱਜੇ। ਔਰੰਗਜ਼ੇਬ ਨੇ ਉਚੇਚਾ ਹੁਕਮ ਬੁੜੀਆਂ ਦੇ ਗੁਰੂ ਅਸਥਾਨ ਨੂੰ ਢਾਉਣ ਦਾ ਦਿੱਤਾ ਸੀ। ਆਪ ਜੀ ਦੇ ਚਰਨ ਪੈਣ ਨਾਲ ਇਲਾਕੇ ਵਿੱਚ ਸਾਹਸ ਆਇਆ। ਉੱਥੇ ਪਿੰਡ ਦੀਪਲਾ ਦੇ ਨੇੜੇ ਕੁੰਡ ਪਾਸ ਡੇਰਾ ਰੱਖਿਆ। ਉੱਥੋਂ ਸਡੋਰਾ, ਰਾਏਪੁਰ, ਰਾਣੀ ਅੰਬਾਲਾ ਤੋਂ ਹੁੰਦੇ ਲਖਨੌਰ ਪੁੱਜੇ। ਲਖਨੌਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਸੀ। ਭਾਈ ਲਾਲ ਚੰਦ ਇੱਥੋਂ ਹੀ ਕਰਤਾਰਪੁਰ ਜਾ ਵਸੇ ਸਨ। ਲਖਨੌਰ ਕੁਝ ਮਹੀਨੇ ਟਿਕਾਣਾ ਜ਼ਰੂਰ ਰਿਹਾ ਹੈ, ਪਰ ਇਹ ਠੀਕ ਨਹੀਂ ਕਿ ਆਪ ਜੀ ਇੱਥੇ 2 ਸਾਲ ਰਹੇ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇੱਥੇ ਹੀ ਸੁਣਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਤਾਂ ਨਿਰੋਲ ਇਸ ਲਈ ਪਾਸ ਬੁਲਾਇਆ ਸੀ ਕਿ ਉਹਨਾਂ ਨੂੰ ਭਾਂਤ ਭਾਂਤ ਕੀ ਸਿੱਖਿਆ ਆਪੂ ਦੇ ਜਾਣ। ਲਖਨੌਰ ਹੀ ਭੀਖਣ ਸ਼ਾਹ ਫਿਰ ਦਰਸ਼ਨਾਂ ਨੂੰ ਆਏ। ਜਦ ਉਸਨੇ ਨਿਮਰਤਾ ਵਿੱਚ ਕਿਹਾ ਕਿ ਅਸੀਸ ਦਿਓ ਕਿ ਮੇਰਾ ਟੁਕੜਾ ਤੁਰਦਾ ਰਹੇ ਤਾਂ ਆਪ ਜੀ ਨੇ ਬਖਸ਼ਿਸ਼ ਦੇ ਦਾਰਾ ਫਰਮਾਇਆ, ਚਿਰੰਕਾਲ ਰਹਿ ਦੇਗ ਤੁਮਾਰੀ ਜੋ ਤੇਰੇ ਟੁਕੜੇ ਕੋ ਖੋਵੇ, ਖੋਏ ਜਾਹ ਸੁਣਹਿ ਥਿਰ ਹੋਵੇ। ਸੂਰਜ ਪ੍ਰਕਾਸ਼ ਨੇ ਨਿੱਜੀ ਗਵਾਹੀ ਦਿੱਤੀ ਹੈ ਕਿ ਸ਼ਾਹ ਭੀਖਣ ਕੇ ਰਹੇ ਫਕੀਰ, ਦੇਤ ਦੇਗ ਜੋ ਆਵੇ ਤੀਰ, ਸਿੰਘ ਭੂਮ ਨਹਿ ਛੀਨਿਓ ਕਾਹੂ, ਰਹਿਓ ਤਿਨਹੁ ਟਿਗ ਸਭਹਿਨ ਮਾਹੂ। ਫਿਰ ਆਪ ਜੀ ਸੰਗਤਾਂ ਸਮੇਤ ਭੀਖਣ ਸ਼ਾਹ ਦੇ ਪਿੰਡ ਠਸਕਾ ਵੀ ਗਏ। ਆਪ ਜੀ ਦੇ ਸਾਹਸ ਦੀਆਂ ਸਾਖੀਆਂ ਸਾਰੇ ਪਾਸੇ ਫੈਲ ਗਈਆਂ ਸਨ। ਆਪ ਜੀ ਕਿਤਨੇ ਨਿਝੱਕ ਸਨ ਅਤੇ ਪਵਿੱਤਰਤਾ ਦੇ ਪੂਰਨੇ ਕਿਵੇਂ ਪਾ ਰਹੇ ਸਨ। ਉਸ ਦੀ ਇੱਕ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿ ਨਨਹੇੜੀ ਪਿੰਡ ਦਾ ਮਸੰਦ ਘੋਗਾ ਆਪ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਪਿੰਡ ਪੁੱਜੇ ਤਾਂ ਲੋਕਾਂ ਨੇ ਦੱਸਿਆ ਕਿ ਇਹ ਮਸੰਦ ਤਾਂ ਆਚਰਣਹੀਨ ਅਤੇ ਬਹੁਤ ਹੀ ਗਿਰੀਆਂ ਹੋਈਆਂ ਹਰਕਤਾਂ ਕਰਦਾ ਹੈ। ਕਾਮਿਲ ਅਖਲਾਕ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਘਰ ਦਾ ਪਾਣੀ ਵੀ ਨਾ ਪੀਤਾ ਅਤੇ ਘੋਗਾ ਕਪਟ ਦਾ ਮੋਗਾ ਆਖ ਕੇ ਵਾਪਸ ਲਖਨੌਰ ਆ ਗਏ। ਲਖਨੌਰ ਹੀ ਪ੍ਰਸਿੱਧ ਸੂਫੀ ਫਕੀਰ ਆਰਿਫ ਦੀਨ ਜੋ ਪਾਲਕੀ ਵਿੱਚ ਸਵਾਰ ਸੀ ਉਸ ਵੇਲੇ ਉੱਧਰੋਂ ਲੰਘਿਆ ਜਦ ਗੁਰੂ ਜੀ ਬਾਲਕਾਂ ਨਾਲ ਜੰਗੀ ਮਸ਼ਕਾਂ ਕਰ ਰਹੇ ਸਨ। ਗੁਰੂ ਜੀ ਨੂੰ ਦੇਖ ਕੇ ਪਾਲਕੀ ਤੋਂ ਉਤਰਿਆ ਤੇ ਕਨ੍ਹਈਆ ਲਾਲ ਦੇ ਕਥਨ ਅਨੁਸਾਰ ਗੁਰੂ ਜੀ ਦੇ ਚਰਨ ਛੂਹੇ ਅਤੇ ਉੱਥੇ ਹੀ ਉਸਨੇ ਆਪਣੇ ਮੁਰੀਦ ਨੂੰ ਕਿਹਾ, ਅੱਜ ਰੱਬੀ ਇਲਮ ਦੇ ਖਜ਼ਾਨੇ ਦੀ ਕੁੰਜੀ ਇਸ ਬਾਲਕ ਦੇ ਹੱਥ ਵਿੱਚ ਹੈ। ਫਿਰ ਜਿੱਥੋਂ ਤੀਕ ਗੁਰੂ ਦਿਸਦੇ ਰਹੇ ਪੈਦਲ ਟੁਰਿਆ, ਚੜਿਆ ਨਹੀਂ ਪਾਲਕੀ ਉੱਤੇ। ਐਸਾ ਆਦਬ ਉਸ ਕਰਿਆ, ਗੁਰੂ ਜੀ ਮੇਰਾ ਕਰਦੇ ਬਖਸ਼ਿਸ਼ਾਂ ਵੰਡਦੇ। ਪੁਸਥਲ ਮਹਿਦੋਂ ਭਾਣੋ ਖੇੜੀ ਸੂਲਰ ਪਿੰਡਾਂ ਤੱਕ ਵੀ ਹੋ ਆਉਂਦੇ। ਲਖਨੌਰ ਵਿੱਚ ਮਾਤਾ ਗੁਜਰੀ ਦਾ ਖੂਹ ਹੈ ਜਿਸ ਦਾ ਜਲ ਮਿੱਠਾ ਹੈ ਅਤੇ ਬਾਕੀ ਸਭ ਖੂਹਾਂ ਦਾ ਹੁਣ ਤੱਕ ਖਾਰਾ ਹੈ ਅਤੇ ਦਾਲ ਨਹੀਂ ਗਲਦੀ ਜਦ ਤੱਕ ਮਾਤਾ ਜੀ ਦੇ ਖੂਹ ਵਿੱਚੋਂ ਜਲ ਨਾ ਪਾਇਆ ਜਾਏ। ਨੇੜੇ ਨਿਸੰਬਲੀ ਇੱਕ ਸ਼ਤੀਰ ਹੈ ਜਿਸ ਨੂੰ ਗੁਰੂ ਜੀ ਦੀ ਛੋਹ ਪ੍ਰਾਪਤ ਹੈ, ਜਿਸ ਦੀ ਹੁਣ ਤੱਕ ਸਹੀ ਪੈਮਾਇਸ਼ ਨਹੀਂ ਹੋ ਸਕੀ।
ਗੁਰੂ ਦੀ ਗਤ ਕੌਣ ਜਾ ਸਕਦਾ ਹੈ। ਲਖਨੌਰ ਤੋਂ ਰਾਣੋ ਮਾਜਰਾ ਅਤੇ ਆਨੰਦਪੁਰ ਕਲੌੜ ਹੁੰਦੇ ਹੋਏ ਰੋਪੜ 1673 ਦੇ ਆਰੰਭ ਵਿੱਚ ਪੁੱਜੇ। ਉੱਥੇ ਹੀ ਮੌਲਾ ਸ਼ਾਹ ਮਿਲਿਆ, ਜਿਸ ਆਨੰਦਪੁਰ ਮਹਿਲ ਅਤੇ ਸਰਾਵਾਂ ਉਸਰਦੇ ਵੇਖ ਸ਼ੰਕਾ ਕੀਤਾ ਸੀ ਕਿ ਜਿਸ ਦੇ ਘਰ ਜਿੰਨੀ ਚੱਲਣ ਜਾਣਿਆ ਸੀ, ਕਿਉਂ ਕਰਹਿ ਵਿਥਾਰ ਦਾ ਨਿਤ ਉਪਦੇਸ਼ ਦਿੱਤਾ ਜਾਂਦਾ ਹੈ, ਉੱਥੇ ਇਹ ਪਸਾਰਾ ਕਿਉਂ। ਤਾਂ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਸੀ ਕਿ ਇਹ ਸਭ ਲੋਕ ਹਿੱਤ ਹੈ, ਪਰਉਪਕਾਰ ਲਈ ਹੈ। ਜਿਵੇਂ ਬਾਲ ਕਿੱਟਾਂ ਨਾਲ ਖੇਡਦੇ ਘਰ ਬਣਾਉਂਦੇ ਅਤੇ ਸ਼ਾਮ ਹੋਈ ਤਾਂ ਘਰੀ ਚਲੇ ਗਏ, ਇਵੇਂ ਹੀ ਗੁਰੂ ਸਭ ਖੇਲ ਮਾਤਰ ਹੀ ਕਰ ਰਹੇ ਹਨ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਬੋਸੀ ਕੀਤੀ ਅਤੇ ਮੰਨਿਆ ਕਿ ਉਹ ਭਾਵੇਂ ਕਿਤਨੀ ਯਾਦ ਵਿੱਚ ਸੀ, ਪਰ ਉਸ ਵਿੱਚ ਸੁਆਦ ਨਹੀਂ ਸੀ। ਹੁਣ ਉਸ ਦੀ ਯਾਦ ਵਿੱਚ ਨਿਰਾਲਾ ਹੀ ਰਸ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਹੀ ਫਰਮਾਇਆ ਕਿ ਸੁਰਤ ਸਾਈਂ ਵਿੱਚ ਸੀਤੀ ਜਾਏ ਤਾਂ ਭਰੀ, ਜੋ ਨਾ ਪਰੋਤੀ ਹੋਵੇ ਤਾਂ ਖਾਲੀ। ਰੋਪੜ ਤੋਂ ਕੀਰਤਪੁਰ ਪੁੱਜੇ। ਜਿਸ ਕਿਸੇ ਡਿੱਠਾ ਆਪ ਜੀ ਦੇ ਸਰੂਪ ਸੱਚ ਸੁਖਾਵਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਬਾਬਾ ਸੂਰਜਮਲ ਨੇ ਵੀ ਆਦਰ ਕੀਤਾ। ਗੁਰੂ ਹਰਕ੍ਰਿਸ਼ਨ ਜੀ ਦੀ ਮਾਤਾ ਕਿਸ਼ਨ ਕੌਰ ਜੀ ਤਾਂ ਸਦਕੇ ਹੀ ਹੁੰਦੇ ਰਹੇ। ਮਾਖੋਵਾਲ ਤੋਂ ਕਈ ਮਸੰਦ ਅਤੇ ਮੁਖੀਏ ਗੁਰੂ ਜੀ ਨੂੰ ਅੱਗੋਂ ਲੈਣ ਆਏ। ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਜਦ ਆਪ ਜੀ ਨੇ ਆਪਣੇ ਪਾਵਨ ਚੱਕ ਚਰਨ ਚੱਕ ਨਾਨਕੀ ਪਾਏ ਤਾਂ ਸਰਸਾ ਕੰਢੇ ਖਲੋ ਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹੀਆਂ ਅਤੇ ਫਰਮਾਇਆ ਕਿ ਇਸ ਨਗਰ ਦਾ ਨਾਮ ਆਨੰਦਪੁਰ ਹੋਆ। ਇਹ ਵਾਰਤਾ ਮਾਰਚ 1673 ਈਸਵੀ ਦੀ ਹੈ। ਗੁਰੂ ਤੇਗ ਬਹਾਦਰ ਜੀ ਨੇ ਪ੍ਰਸੰਨ ਹੋ ਕੇ ਨਗਰ ਦਾ ਨਾਂ ਆਨੰਦਪੁਰ ਹੀ ਕਰ ਦਿੱਤਾ। ਸਭ ਪਾਸੇ ਕਲਗੀਧਰ ਦੀ ਸੁੰਦਰਤਾ, ਸੱਚਾਈ, ਸ਼ਖਾਵਤ, ਸੁਹਿਰਦਤਾ, ਸਵਰੂਪ ਸਥਿਤੀ ਅਤੇ ਸਰਵ ਗੁਣਾਂ ਦੀ ਛੋਹ ਫੈਲ ਗਈ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 28 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।